ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ। ਆਪ ਜੀ ਨੂੰ ਜੀ ਆਇਆਂ। ਥੈਂਕ ਯੂ। ਸ਼ੁਕਰੀਆ ਜੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਵੱਲੋਂ ਜਿਵੇਂ ਹੋ ਹੱਲਾ ਕੀਤਾ ਜਾਂਦਾ, ਜਿਵੇਂ ਸੇਵਾਦਾਰ ਵੱਲੋਂ ਅਸਹਿਜਤਾ ਦਿਖਾਈ ਜਾਂਦੀ ਹੈ, ਉਹਦੇ ਨਾਲ ਇੱਕ ਵੱਡਾ ਮੁੱਦਾ ਬਣ ਗਿਆ। ਇੱਕ ਸਧਾਰਨ ਜੀ ਗੱਲ ਨੇ ਬਹੁਤ ਵੱਡੀ ਜਗ੍ਹਾ ਲੈ ਲਈ ਹੈ ਔਰ ਇਹਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਰਿਐਕਟ ਕਰ ਰਹੀ ਆ ਔਰ ਜਿਸ ਤਰੀਕੇ ਨਾਲ ਟਵਿੱਟਰ ਦੇ ਉੱਤੇ ਰੌਲਾ ਪੈ ਗਿਆ, ਅਸੀਂ ਕਿੰਨੇ ਅਸੰਵੇਦਨਸ਼ੀਲ ਹੈ, ਕਿੰਨੇ ਅਸਹਿਜ ਹੋ ਗਏ ਆ, ਕਿੰਨੇ ਬੇਚੈਨ ਆ ਇਹ ਮਾਮਲੇ ਐਡਰੈਸ ਕਰਨ ਦੇ ਆ। ਮੇਰੇ ਨਾਲੋਂ ਜ਼ਿਆਦਾ ਸਰਦਾਰ ਹਮੀਰ ਸਿੰਘ ਔਰ ਸਰਦਾਰ ਜਗਤਾਰ ਸਿੰਘ ਸਮਝ ਰੱਖਦੇ ਆ। ਮੈਂ ਇੱਥੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹਨਾਂ ਕੋਲ ਮਾਮਲਾ ਸਿੱਧਾ ਲੈ ਕੇ ਜਾ ਰਿਹਾ ਕਿ ਸਾਨੂੰ ਕੀ ਕਰਨਾ ਚਾਹੀਦਾ ਔਰ ਕੀ ਹੋ ਰਿਹਾ। ਦੂਜਾ ਮਾਮਲਾ ਲਗਭਗ 5 ਸਾਲ ਤੋਂ ਰਿੜਕਿਆ ਜਾ ਰਿਹਾ। ਬੰਦ ਲਿਫਾਫੇ, ਬੰਦ ਰਿਪੋਰਟਾਂ, ਸੀਲਬੰਦ ਰਿਪੋਰਟਾਂ, ਡਰੱਗਸ ਤੇ ਨੈਕਸਸ, ਕਿੰਨਾ ਅਸੀਂ ਸ਼ੋਰ ਕੀਤਾ, ਕਿੰਨਾ ਰੌਲਾ, ਆਖਰ ਨਿਕਲਿਆ ਕੀ? ਅੱਜ ਪਹਿਲੀ ਇਹਨੇ ਬਲੀ ਲਈ ਹੈ। ਰਾਜਜੀਤ ਸਿੰਘ ਜਿਹੜੇ ਕਿ ਐਸਐਸਪੀ ਰਹੇ ਨੇ, ਵੱਡੇ ਪੁਲਿਸ ਅਧਿਕਾਰੀ ਹੈ, ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਕਿ ਇਹੀ ਸਜ਼ਾ ਹੈ? ਇਹਦੇ ਵਿੱਚ ਹੋਰ ਜਾਂਚ ਦੀ ਲੋੜ ਹੈ। ਸਿਰਫ ਰਾਜਜੀਤ ਸਿੰਘ ਹੀ ਨੇ ਜਾਂ ਕੋਈ ਹੋਰ ਵੀ ਹੈ? ਰਾਜਜੀਤ ਸਿੰਘ ਵੱਲੋਂ ਲਿਖੇ ਗਏ ਇੱਕ ਪੱਤਰ ਜਿਹਦੇ ਵਿੱਚ ਉਹਨਾਂ ਇੰਦਰਜੀਤ ਸਿੰਘ ਦੀ ਟ੍ਰਾਂਸਫਰ ਲਈ ਲਿਖਿਆ ਸੀ ਐਡੀਸ਼ਨਲ ਡੀਜੀਪੀ ਨੂੰ, ਏਡੀਜੀਪੀ ਨੂੰ ਚਿੱਠੀ ਲਿਖੀ ਸੀ, ਜਿਹਦੇ ਤੋਂ ਸਾਫ਼ ਮੁੱਕਰ ਗਏ ਕਿ ਮੇਰੀ ਚਿੱਠੀ ਨਹੀਂ, ਕਿ ਉਹ ਚਿੱਠੀ ਦੀ ਜਾਂਚ ਫੋਰੈਂਸਿਕ ਲੈਬ ਚੋਂ ਕਰਾਈ ਗਈ। ਹੁਣ ਤੱਕ 2 ਜਾਂਚਾਂ 'ਚ ਕਿ ਇਹਦੇ ਵਿੱਚ ਕੋਈ ਹੋਰ ਵਿਅਕਤੀ ਵੀ ਹੈ। ਹੁਣ ਤੱਕ ਸਭ ਚੁੱਪ ਸੀ, ਲੇਕਿਨ ਹੁਣ ਜਦੋਂ ਇੱਕ ਵਿਅਕਤੀ ਨੂੰ ਟੰਗਤਾ ਗਿਆ ਤਾਂ ਕੀ ਉਹ ਸ਼ੋਰ ਪਾਊਗਾ, ਦੱਸੂਗਾ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਕਨੈਕਸ਼ਨ ਵੀ ਸੀਗੇ, ਇਹਦੇ ਵਿੱਚ ਕੋਈ ਹੋਰ ਅਧਿਕਾਰੀ ਵੀ ਸ਼ਾਮਲ ਹੈ, ਇਹਦੇ ਵਿੱਚ ਕੀ ਕੁਝ ਆ? ਅਜੇ ਇਹਦੇ ਵਿੱਚ ਕੁਝ ਨਹੀਂ ਬਾਹਰ ਆਇਆ। ਕੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੀ ਹੈ? ਕਿ ਇੰਨੇ ਨਾਲ ਚੱਲ ਜਾਊ ਜਾਂ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਦੀ ਵੀ ਜ਼ਰੂਰਤ? ਸਾਰੇ ਸਵਾਲ ਲੈਣੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਮੈਂ ਸਰਦਾਰ ਜਗਤਾਰ ਸਿੰਘ ਹੁਣਾਂ ਵੱਲ ਜਾਣ ਤੋਂ ਪਹਿਲਾਂ ਜਿਹੜਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਾਪਰਦਾ ਹੈ ਘਟਨਾਕ੍ਰਮ, ਉਹਨੂੰ ਤੁਸੀਂ ਜ਼ਰਾ ਜ਼ੁਬਾਨ ਦਿਓ, ਆਪਣਾ ਵਿਊ ਪੁਆਇੰਟ ਜ਼ਰੂਰ ਦਿਓ। ਅਸਲ ਦੇ ਵਿੱਚ ਇਹ ਹੈ ਕਿ ਮੈਨੂੰ ਲੱਗਦਾ ਕਿ ਐਡਾ ਵੱਡਾ ਮੁੱਦਾ ਨਹੀਂ ਸੀ ਜਿੱਡਾ ਬਣ ਗਿਆ, ਬਣਾ ਦਿੱਤਾ ਗਿਆ, ਜਾਂ ਕਹਿ ਸਕਦੇ ਆਪਾਂ। ਇੱਕ ਬੀਬੀ ਆਈ ਹੈ ਤੇ ਦੋਨੇ ਪਾਸੇ ਉਹਦੇ ਚਿਹਰੇ ਦੇ ਉੱਤੇ ਮਤਲਬ ਤਿਰੰਗੇ ਰੰਗ ਦੇ ਜਿਹੜੇ ਝੰਡੇ ਦਾ ਟਾਈਪ ਦਾ ਉਹ ਛਾਪਿਆ ਹੋਇਆ, ਤੇ ਸੇਵਾਦਾਰ ਉਹਨੂੰ ਅੰਦਰ ਜਾਣ ਤੋਂ ਰੋਕਦਾ ਹੈ ਵੀ ਤੂੰ ਕਿਉਂ ਜਾ ਰਹੀ ਹੈ, ਤੇ ਉਹ ਉੱਥੇ ਡਰਾਮਾ ਵੀ ਕਰਦੀ ਹੈ ਕਿ ਮੈਨੂੰ ਕਿਉਂ ਰੋਕਿਆ ਜਾ ਰਿਹਾ। ਔਰ ਇਹ ਬਹੁਤ ਵੱਡਾ ਇੱਕ ਇਸ਼ੂ ਬਣ ਗਿਆ ਇਸ ਢੰਗ ਨਾਲ। ਉਹਨਾਂ ਨੇ ਤਾਂ ਇਹ ਸਟੈਂਡ ਲੈ ਲਿਆ ਕਿ ਇਹ ਸਾਡੇ ਨੂੰ ਜਾਣ ਬੁੱਝ ਕੇ ਸਾਨੂੰ ਚੜਾਉਣ ਦਾ, ਸਾਡੇ ਮਰਿਆਦਾ ਨੂੰ ਭੰਗ ਕਰਨ ਦਾ ਪਤਾ ਨਹੀਂ ਕੀ ਤਰੀਕਾ ਹੋ ਗਿਆ। ਜਦ ਕਿ ਦੂਸਰਾ ਪਹਿਲੂ ਇੱਕ ਇਹ ਵੀ ਹੈ ਕਿ ਦਰਬਾਰ ਸਾਹਿਬ ਸਾਰਿਆਂ ਲਈ ਖੁੱਲ੍ਹਾ ਹੈ ਕਿ ਕੱਲਾ ਚਿਹਰੇ ਤੇ ਕੀ ਲਾਤਾ ਕੀ ਨਾ ਲਾਤਾ ਇਹ ਕੋਈ ਬਹੁਤ ਮਹੱਤਵ ਨਹੀਂ ਰੱਖਦਾ। ਜਿੱਡੀ ਵੱਡੀ ਉਹ ਫਿਲਾਸਫੀ ਹੈ, ਜਿੱਡਾ ਉਹ ਉਪਦੇਸ਼ ਚੌਵਰਨਾ ਕੋ ਸਾਂਝੇ ਦਾ ਮਤਲਬ ਹੈ, ਜਿੱਡਾ ਉਹਦਾ ਇੱਕ ਔਰਾ ਹੈ ਜਿਸ ਲੈਵਲ ਦਾ ਉਸ ਪੱਧਰ ਦੇ ਉੱਤੇ, ਤੇ ਉਹਦੇ 'ਚ ਇਹ ਗੱਲਾਂ ਮਤਲਬ ਨੋਰਮਲ ਵੀ ਗਿਣੀਆਂ ਜਾ ਸਕਦੀਆਂ ਨੇ। ਕੋਈ ਗੱਲਾਂ ਐਡੀ ਵੀ ਗੱਲ ਨਹੀਂ ਹੈ ਕਿ ਜਿਹਦੇ ਨਾਲ ਪਤਾ ਨਹੀਂ ਐਡਾ ਵੱਡਾ ਮਾਹੌਲ ਉਹ ਬਣਾਇਆ ਜਾਵੇ। ਔਰ ਜਿਹੜੇ ਵੀ ਲੋਕ ਆਉਂਦੇ ਨੇ, ਇਹ ਤੋਂ ਪਹਿਲਾਂ ਵੀ ਜਦੋਂ ਲੋਕ ਆਉਂਦੇ ਨੇ ਬੜੇ ਵਾਰ ਪ੍ਰੋਟੈਸਟ ਹੋਏ ਨੇ ਬੜੀ ਵਾਰ, ਔਰ ਇਹ ਵੀ ਕਿਹਾ ਗਿਆ ਸੀ ਪਤਾ ਨਹੀਂ ਉਹ ਠੀਕ ਜਾਂ ਗਲਤ, ਜਦੋਂ ਬਾਅਦ ਚ ਅਸੀਂ ਉੱਤੇ ਤੋਂ ਕੁਝ ਸੋਚਿਆ ਜਾਂ ਨਹੀਂ ਸੋਚਿਆ ਕਿਵੇਂ ਸੀ। ਹਾਲਾਂਕਿ ਉਹ ਮਰਿਆਦਾ ਦਾ ਸਵਾਲ ਵੀ ਲੱਗਦਾ ਸੀ। ਜਦੋਂ ਮਹਾਰਾਣੀ ਆਈ ਸੀ ਦਰਬਾਰ ਸਾਹਿਬ ਦੇ ਵਿੱਚ ਜਰਾਬਾਂ ਪਾ ਕੇ, ਤੇ ਜਰਾਬਾਂ ਨੂੰ ਇਜਾਜ਼ਤ ਦੇਤੀ ਕਿ ਤੁਸੀਂ ਪਾ ਲਓ, ਬਾਕੀ ਨੂੰ ਕਹਿੰਦਾ ਨਹੀਂ ਪਾ ਲਓ, ਉਸ ਸਮੇਂ ਵੀ ਇੱਕ ਵਿਵਾਦ ਖੜਾ ਹੋਇਆ ਸੀ ਇਹੋ ਜਿਹਾ ਕਿ ਮਹਾਰਾਣੀ ਬਾਰੇ ਹੋਰ ਅਪਰੋਚ ਤੇ ਬਾਕੀ ਤਰੀਕਿਆਂ ਬਾਰੇ ਹੋਰ ਹੋਏਗਾ, ਜਾਂ ਜਿਵੇਂ ਵੀ ਸਾਡੇ ਬੰਦੇ ਨਾਲ ਚੱਲ ਰਹੇ ਸੀ ਉਹ ਇੱਕ ਇਸ਼ੂ ਸੀਗਾ। ਫਿਰ ਇੱਕ ਇਸ਼ੂ ਆਇਆ ਸੀਗਾ ਉਦੋਂ ਜਦੋਂ ਉਸ ਆਚਾਰੀਆ ਰਜਨੀਸ਼ ਆਇਆ ਤੇ ਉਹਨੇ ਕਿਹਾ ਸੀਗਾ ਕਿ ਮੈਂ ਗੁਰੂ ਨਾਨਕ ਸਾਹਿਬ, ਤੇ ਉਹਨੇ ਜਪਜੀ ਸਾਹਿਬ ਤੇ ਇੱਕ ਬੜੀ ਕਿਤਾਬ ਵੀ ਲਿਖੀ ਹੈ, ਤੇ ਉਹਦੀ ਵਿਆਖਿਆ ਕਰਦੇ ਹੋਏ ਕਿ ਮੈਨੂੰ ਕੋਈ ਤੁਹਾਡਾ ਬੰਦਾ ਮਿਲਾਓ ਜਿਹਦੇ ਨਾਲ ਲੌਜੀਕਲ ਡਿਸਕਸ ਕੀਤੀ ਜਾ ਸਕੇ ਕਿ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸੀ ਤੇ ਮੈਂ ਕਿਵੇਂ। ਉੱਥੋਂ ਕਹਿੰਦੇ ਨੇ ਮੁੜ ਗਿਆ ਸੀ, ਉਹਨੇ ਸਿਰ ਨਹੀਂ ਢਕਿਆ। ਹਾਲਾਂਕਿ ਇਹ ਇੱਕ ਮਰਿਆਦਾ ਹੁੰਦੀ ਹੈ, ਕਿਤੇ ਵੀ ਜਾਂਦੇ ਹੋ ਤੁਸੀਂ ਸਿਰ ਢਕਣਾ ਜਾਂ ਬਾਕੀ ਜਗ੍ਹਾ ਮੰਨ ਕੇ ਚਲੇ ਜਾਂਦੇ ਤਾਂ ਜ਼ਿਆਦਾ ਬਿਹਤਰ ਸੀ। ਪਰ ਉਹਨਾਂ ਨਾਲ ਬਹੁਤ ਵੱਡੇ ਪੱਧਰ ਤੇ ਆਰਗੂਮੈਂਟ ਕਰਨ ਦੇ ਲਈ ਸਾਡੇ ਕੋਲ ਕੋਈ ਬੰਦਾ ਉਹੋ ਜਿਹਾ ਨਹੀਂ ਉਪਲਬਧ ਹੋਇਆ ਕਿ ਹਾਂ ਕਿਹੜੀ ਗੱਲ ਕੀ ਸੀ, ਉਹਦੀ ਵਿਆਖਿਆ ਕਿਵੇਂ ਕਰਨੀ ਹੈ ਸਾਡੀ ਉਸ ਫਿਲਾਸਫੀ ਦੀ ਜਿਹੜੀ ਵੀ ਬਾਕੀ ਹੋ ਰਹੀ ਹੈ। ਔਰ ਇਸੇ ਤਰੀਕੇ ਦੇ ਨਾਲ ਇਹ ਹੈ ਕਿ ਜਦੋਂ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਬਹੁਤ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਵਾਲਾ ਕਿਰਦਾਰ ਕਿੱਡਾ ਵੱਡਾ ਕਿਰਦਾਰ ਹੋ ਨਿਬੜਦਾ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਕਨ੍ਹਈਆ ਠੀਕ ਹੈ, ਤੈਨੂੰ ਅਸਲ 'ਚ ਸਮਝ ਆਈ ਹੈ ਸਾਡੇ ਫਿਲਾਸਫੀ ਦੀ, ਜਦੋਂ ਬਾਕੀ ਲੋਕ ਇਤਰਾਜ਼ ਕਰਦੇ ਸੀ ਉਸ ਪੱਧਰ ਦੇ। ਔਰ ਇਹ ਇੰਨੀ ਕਿ ਗੱਲ ਜਿਵੇਂ ਜੇ ਅਸੀਂ ਮਾਮਲਾ ਸਿੱਖ ਫਿਲਾਸਫੀ ਦਾ ਤੇ ਮਰਿਆਦਾ ਦਾ ਲਾਈਏ, ਦੂਜੇ ਪਾਸੇ ਇੰਡੀਅਨ ਕਨਸਟੀਟਿਊਸ਼ਨ ਦਾ, ਔਰ ਜਦੋਂ ਦੋਨਾਂ 'ਚ ਗੱਲ ਚੱਲਦੀ ਹੈ ਤਾਂ ਉਹ ਕਹਿੰਦੇ ਨੇ ਕਨਸਟੀਟਿਊਸ਼ਨ ਬਚਾਓ ਜੀ, ਕਨਸਟੀਟਿਊਸ਼ਨ ਦਾ ਕਰੋ। ਉਹ ਕਨਸਟੀਟਿਊਸ਼ਨ ਤੁਹਾਨੂੰ ਪ੍ਰੋਟੈਕਟ ਕਰਦਾ। ਜੇ ਉਸ ਲੈਵਲ ਤੇ ਚਲਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਸੰਵਿਧਾਨ ਬਚਾਓ,
ਤੇ ਜੇ ਉਹ ਸੰਵਿਧਾਨ ਤੁਹਾਨੂੰ ਹਰ ਗੱਲ ਤੇ ਵਿਚਾਰ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ, ਪਹਿਨਣ ਦੀ ਆਜ਼ਾਦੀ ਦਿੰਦਾ, ਸਾਰੀਆਂ ਚੀਜ਼ਾਂ ਖਾਣ ਪੀਣ ਦੀ ਆਜ਼ਾਦੀ ਦਿੰਦਾ, ਸਭ ਚੀਜ਼ਾਂ, ਜਦ ਉਹਨੂੰ ਕਰਟੇਲ ਕਰਨ ਲੱਗਦੇ ਨੇ ਲੋਕ, ਤਾਂ ਅਸੀਂ ਇੱਕ ਡਿਮਾਂਡ ਕਰਦੇ ਆ ਕਿ ਤੁਸੀਂ ਇਹ ਕਿਉਂ ਕਰਦੇ ਹੋ, ਇਹ ਮੇਰਾ ਫੰਡਾਮੈਂਟਲ ਰਾਈਟ ਹੈ, ਮੈਂ ਆਪਣੇ ਤਰੀਕੇ ਨਾਲ ਕਰਦਾ। ਤਾਂ ਗੁਰੂ ਦਾ ਤਾਂ ਮੇਰਾ ਖਿਆਲ ਹੈ ਜਿਹੜਾ ਸੰਵਿਧਾਨ ਹੈ ਉਹ ਉਦੋਂ ਬਹੁਤ ਵੱਡਾ ਹੈ, ਕਿਤੇ ਜ਼ਿਆਦਾ ਵੱਡਾ ਹੈ ਕਿਸੇ ਮਾਮਲੇ ਦੇ ਵਿੱਚ ਇਹੋ ਜਿਹੇ ਛੋਟੀਆਂ ਗੱਲਾਂ ਦੇ ਨਾਲੋਂ। ਔਰ ਇਹਦੇ ਨਾਲ ਇੱਕ ਗੱਲ ਖਾਸ ਤੌਰ ਤੇ ਵਰਨੇਵਰ ਹੁੰਦੀ ਹੈ, ਜਿਹੋ ਜਿਹਾ ਮਾਹੌਲ ਇਸ ਸਮੇਂ ਹੈ, ਇਸ ਸਮੇਂ ਮਾਹੌਲ ਇਸ ਲੈਵਲ ਦਾ ਬਣ ਰਿਹਾ ਕਿ ਉਹ ਕੋਈ ਵੀ ਗੱਲ ਜਿਹੜੀ ਬਹੁਤ ਸੈਕਟੇਰੀਅਨ ਦੇ ਤਰ੍ਹਾਂ ਦੇਖੀ ਜਾਂਦੀ ਹੈ, ਮੰਨ ਲਓ ਇੱਕ ਡਿਸਕੋਰਸ ਚੱਲਦਾ ਹੈ, ਇੱਕ ਵਰਤਾਂਤ ਚੱਲਦਾ ਹੈ, ਯੂਪੀ ਦੇ ਵਿੱਚ ਕੋਈ ਬੰਦੇ ਮਾਰ ਦੋ ਤਾਂ ਉਹ ਇਸ ਲੈਵਲ ਦੀ ਗੱਲ ਨਹੀਂ ਬਣਦੀ ਜਿਹੋ ਜਿਹਾ ਪੰਜਾਬ 'ਚ ਤਾਂ CRP ਆ ਗਈ, ਫਲਾਨੀ ਆ ਗਈ, ਪਤਾ ਨਹੀਂ ਤਾਂ ਇੱਥੇ ਅੱਗ ਲੱਗ ਗਈ ਜੀ। ਤੇ ਯੂਪੀ ਦੇ ਵਿੱਚ ਅੱਗ ਨਹੀਂ ਲੱਗਦੀ, ਉਹ ਕਹਿੰਦੇ ਬਹੁਤ ਠੀਕ ਕਰ ਰਹੀ ਹੈ ਗਵਰਨਮੈਂਟ, ਪਤਾ ਨਹੀਂ ਕਮਾਲ ਹੈ, ਇਹੋ ਜਿਹੀ ਉਹ ਹੈ, ਉੱਥੇ ਹੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਉੱਥੇ ਹੀ ਚੀਜ਼ਾਂ ਹੋਣੀਆਂ। ਇੱਕ ਪੰਜਾਬ ਤੇ ਬਾਕੀ ਸਟੇਟਾਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਨੈਸ਼ਨਲ ਲੈਵਲ ਦਾ ਨੈਰੇਟਿਵ ਜਿਹੜਾ ਸਿਰਜਿਆ ਜਾਂਦਾ, ਇਹ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਪੰਜਾਬ ਵੱਧ ਅਧਿਕਾਰਾਂ ਦੀ ਮੰਗ ਕਰੇ ਤਾਂ ਉਹ ਵੱਖਵਾਦੀ ਹੋ ਜਾਂਦਾ, ਅਨੰਦਪੁਰ ਦਾ ਮਤਾ ਵੱਖਵਾਦੀ ਹੋ ਜਾਂਦਾ, ਪਰ ਪੱਛਮੀ ਬੰਗਾਲ ਦੀ ਸਰਕਾਰ ਉਸੇ ਤਰਜ਼ ਤੇ ਗੱਲ ਕਰਦੀ ਹੋਵੇ ਤਾਂ ਕੋਈ ਅੱਤਵਾਦੀ ਨਹੀਂ ਹੁੰਦਾ, ਵੱਖਵਾਦੀ ਨਹੀਂ ਹੁੰਦਾ। ਦਰਾਵੜੀਅਨ ਹਿੰਦੀ ਨੂੰ ਨਾ ਆਉਣ ਦੇਣ ਕਿ ਅਸੀਂ ਹਿੰਦੀ ਬਣਨ ਨਹੀਂ ਦੇਣੀ, ਤੇ ਕੋਈ ਵੱਖਵਾਦ ਦਾ ਸਲੋਗਨ ਨਹੀਂ ਲਾਉਂਦਾ ਕਿ ਤੁਸੀਂ ਵੀ ਵੱਖਵਾਦੀ ਹੋ ਜਾਂ ਫਲਾਣੇ ਹੋ। ਇਹਨਾਂ ਗੱਲਾਂ ਨੂੰ, ਸਾਡੇ ਜਿਸ ਜਗ੍ਹਾ ਅਸੀਂ ਰਹਿ ਰਹੇ ਹਾਂ, ਇਸ ਸੈਂਸਿਟੀਵਿਟੀ ਨੂੰ ਸਾਨੂੰ ਬਚਣਾ ਪਏਗਾ, ਸੋਚਣਾ ਪਏਗਾ, ਤਾਂ ਕਿ ਉਸ ਨੈਰੇਟਿਵ ਦਾ ਸ਼ਿਕਾਰ ਨਾ ਹੋ ਜਾਈਏ ਕਿ ਸਾਡੇ ਤੇ ਬਾਰ-ਬਾਰ ਇਹ ਬਲੇਮ ਲੱਗਣ ਕਿ ਦੇਖੋ ਜੀ ਤੁਸੀਂ ਤਾਂ ਕਹਿੰਦੇ ਹੋ, ਹਾਲਾਂਕਿ ਇੱਥੇ ਕਿੰਨੇ ਹੀ ਮੰਦਰਾਂ 'ਚ ਔਰਤ ਨੂੰ ਵੜਨ ਦਾ ਹੱਕ ਨਹੀਂ, ਕਿੰਨਿਆਂ 'ਚ ਦਲਿਤ ਨੂੰ ਜਾਣ ਦਾ ਹੱਕ ਨਹੀਂ, ਕਿੰਨਿਆਂ 'ਚ ਬਾਕੀ ਗੱਲਾਂ ਦਾ ਕੋਈ ਨਹੀਂ, ਪਰ ਕੋਈ ਬੰਬ ਵੇਲਾ ਨਹੀਂ ਮਚਦਾ। ਤੇ ਇੱਕ ਬੀਬੀ ਤੇ ਜੇ ਵਾਲ ਵੇਲਾ ਇਸ ਲੈਵਲ ਦਾ ਮਚਦਾ, ਇੱਕ ਤਾਂ ਇਹ ਕਾਰਨ ਹੈ ਕਿ ਸਾਡੀ ਫਿਲਾਸਫੀ ਬਹੁਤ ਵੱਡਾ ਦਾਇਰਾ ਸਿਰਜਦੀ ਹੈ, ਅਸੀਂ ਉਹ 'ਚ ਤੰਗ ਨਜ਼ਰ ਕਿਤੇ ਨਾ ਨਜ਼ਰ ਆਈਏ। ਦੂਜਾ ਇਹ ਵੀ ਹੁੰਦਾ ਨਾਲ ਦੀ ਨਾਲ ਕਿ ਦੇਖੋ ਇਹਦੇ ਤੇ ਤਾਂ ਜ਼ਰੂਰ ਬਹੁਤ ਵੱਡਾ ਇੱਕ ਡਿਸਕੋਰਸ ਖੜਾ ਕਰੋ, ਇਹ ਜ਼ਿਆਦਾ ਹੀ ਟੱਪਦੇ ਲੋਕ ਨੇ, ਇਹ ਜ਼ਿਆਦਾ ਹੀ ਕਹਿੰਦੇ ਨੇ ਕਿ ਅਸੀਂ ਵਿਤਕਰਾ ਨਹੀਂ ਕਰਦੇ ਜਾਂ ਫਾਲਾ ਨਾ ਨਹੀਂ। ਜਦੋਂ ਕੋਈ ਇੱਕ ਮਾੜੀ ਜੀ ਗੱਲ ਦਾ ਵੀ ਮੌਕਾ ਮਿਲਦਾ ਤਾਂ ਉਹ ਬਾਤ ਦਾ ਬਤੰਗੜ ਵੀ ਬਣਦਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਇਹੋ ਜਿਹੇ ਮਾਮਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖਤ ਹੈ, ਕੋਈ ਸੇਵਾਦਾਰ ਨੂੰ ਕਿਸੇ ਨੂੰ ਮੰਨਣ ਲੱਗਿਆ ਤਾਂ ਸੇਵਾਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਾ ਕੇ ਉਹ ਮੇਨ ਸੀਨੀਅਰ ਬੰਦਿਆਂ ਨੂੰ ਦੱਸੇ, ਉਹ ਸੀਨੀਅਰ ਬੰਦੇ ਕੋਈ ਨਾ ਕੋਈ ਇਲਾਜ, ਜੋ ਵੀ ਸੋਚਣ ਮਰਿਆਦਾ ਮੁਤਾਬਕ ਉਹਦਾ ਕੋਈ ਸੋਲੂਸ਼ਨ ਲੱਭ ਲੈਣ ਇਹੋ ਜਿਹੇ ਮਾਮਲੇ ਦੇ ਵਿੱਚ। ਇਹਦੀ ਬਜਾਏ ਉੱਥੇ ਕਰਕੇ ਝਗੜਾ ਹੋਣ ਲੱਗ ਜੇ, ਇਹ ਤਾਂ ਨਹੀਂ ਦੱਸਿਆ ਕਿਸੇ ਨੂੰ ਕਿ ਤੁਸੀਂ ਮੂੰਹ ਤੇ ਆਹ ਲਾ ਕੇ ਆ ਨਹੀਂ ਸਕਦੇ ਸੇਵਾਦਾਰ ਨੂੰ। ਮੈਨੂੰ ਤਾਂ ਨਹੀਂ ਲੱਗਦਾ ਕੋਈ ਟ੍ਰੇਨਿੰਗ ਹੈ ਇਹੋ ਜੀ, ਜਾਂ ਕੋਈ ਗੱਲ ਹੈ ਉਹਦੇ ਦਿਮਾਗ 'ਚ ਆਇਆ ਹੋਣਾ ਕਿ ਇਹ ਗੱਲ ਗਲਤ ਹੈ ਜੀ, ਮੈਂ ਇਹਨੂੰ ਨਹੀਂ ਸਵੀਕਾਰ ਕਰਦਾ, ਆਪਣੇ ਆਪ ਹੀ ਆਇਆ ਹੋਣਾ। ਪਰ ਉਹ ਡਿਸੀਜਨ ਮੇਕਿੰਗ ਪਾਵਰ ਤੁਸੀਂ ਕਿਹਨੂੰ ਦਿੱਤੀ ਹੋਈ ਹੈ, ਕਿਸ ਤਰੀਕੇ ਦੀ ਦਿੱਤੀ ਹੋਈ ਹੈ, ਇਹਦੇ ਬਾਰੇ ਵੀ ਕਾਫੀ ਜ਼ਿਆਦਾ ਸੋਚਣ ਦਾ ਸਵਾਲ। ਸੱਚਖੰਡ ਦੇ ਵਿੱਚ ਬਹੁਤ ਦੁਨੀਆ ਆਉਂਦੀ ਹੈ, ਲੱਖਾਂ ਲੋਕ ਡੇਲੀ ਆ ਰਹੇ ਆ, ਹੁਣ ਤਾਂ ਇਹ ਗਿਣਤੀ 2 ਲੱਖ ਦੇ ਨਾਲ ਟੱਚ ਕਰ ਰਹੀ ਆ। ਸੋ ਇੱਕ ਮਰਿਆਦਾ ਨੂੰ ਜਾਣਨ ਵਾਲਾ, ਇੱਕ ਬਹੁਤ ਸਹਿਜ ਅਵਸਥਾ ਵਾਲਾ ਵਿਅਕਤੀ ਉੱਥੇ ਹਰ ਦਿਨ ਹਰ ਸਮੇਂ ਡਿਊਟੀ ਤੇ ਹੋਣਾ ਚਾਹੀਦਾ। ਔਰ ਵਾਕੀ ਟਾਕੀ ਅੱਜ ਕੱਲ ਬੜੇ ਸਸਤੇ ਨੇ, ਸਾਰੇ ਸੇਵਾਦਾਰਾਂ ਕੋਲ ਹੋ ਸਕਦੇ ਆ। ਔਰ ਜੇਕਰ ਕੋਈ ਮਾਮਲਾ ਪੈਦਾ ਹੋਵੇ ਤੇ ਸਿਧਾਂਤਕ ਤੌਰ ਤੇ ਉੱਤੇ ਕੀ ਸਟੈਂਡ ਲੈਣਾ, ਇਹ ਜੇ ਚੰਦ ਸੈਕਿੰਡਸ ਦੀ ਗੇਮ ਹੋ ਸਕਦੀ ਆ, ਸਾਰਾ ਤੁਸੀਂ ਜਿਹੜੇ ਵਿਅਕਤੀ ਬੈਠੇ ਹੋਣ ਉਹਨਾਂ ਤੋਂ ਲੈ ਸਕਦੇ ਹੋ। ਖੈਰ ਮੈਂ ਇਹਦੇ ਤੇ ਟਿੱਪਣੀ ਕਰਨ ਦੇ ਸਮਰੱਥ ਨਹੀਂ ਮਾਮਲਿਆਂ ਤੇ, ਇਸ ਕਰਕੇ ਮੈਂ ਸਰਦਾਰ ਜਗਤਾਰ ਸਿੰਘ ਜਿਨ੍ਹਾਂ ਨੇ ਸਾਰੀ ਉਮਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਨੇੜਿਓਂ ਦੇਖਿਆ, ਸਰਦਾਰ ਹਮੀਰ ਸਿੰਘ ਵਾਂਗ, ਮੈਂ ਇਹਨਾਂ ਕੋਲ ਹੀ ਜਾਣਾ ਚਾਹੂੰਗਾ। ਸਰਦਾਰ ਸਾਹਿਬ, ਤੁਸੀਂ ਕਿਵੇਂ ਸਮਝਿਆ ਇਸ ਮਾਮਲੇ ਨੂੰ, ਔਰ ਕੀ ਇਹਨੂੰ ਠੀਕ ਐਡਰੈਸ ਕੀਤਾ ਗਿਆ? ਔਰ ਜਿੰਨਾ ਟਵਿੱਟਰ ਤੇ ਸ਼ੋਰ ਹੈ, ਇਹਨੂੰ ਵੀ ਤੁਸੀਂ ਲਗਾਤਾਰ ਵਾਚ ਕਰ ਰਹੇ ਹੋ। ਮੈਂ ਉਹ ਵੀਡੀਓ ਦੇਖੀ ਹੈ, ਇੱਕੋ ਹੀ ਸਾਹਮਣੇ ਆਈ ਹੈ, ਜਿੱਥੋਂ ਮਸਲਾ ਸ਼ੁਰੂ ਹੋਇਆ ਉੱਥੇ ਨਹੀਂ ਆਈ। ਜਦੋਂ ਕੁੜੀ ਨੂੰ ਰੋਕਿਆ ਗਿਆ ਤੇ ਕਹਿੰਦੀ ਹਮ ਇਹ ਇੰਡੀਆ ਹੈ, ਤੇ ਉਹਨੇ ਕਿਹਾ ਵੀ ਨਹੀਂ ਇੱਥੇ ਨਹੀਂ ਹੈ, ਆਪਣੇ ਸੇਵਾਦਾਰ ਨੇ, ਤੇ ਕੁੜੀ ਪੁੱਠਾ ਬੋਲੀ ਹੈ। ਪਹਿਲੀ ਗੱਲ ਤਾਂ ਇਹ ਹੈ, ਹਰ ਜਿਹੜਾ ਦੁਨੀਆ ਦੇ ਵਿੱਚ ਕੋਈ ਧਾਰਮਿਕ ਸਥਾਨ ਹੈ ਉਹਦੀ ਆਪਣੀ ਮਰਿਆਦਾ ਹੈ, ਹਰ ਇੱਕ ਦੇ ਆਪਣੇ ਨਾਰਮਸ ਹੈ। ਹੁਣ ਜਿਵੇਂ ਹਮੀਰ ਹੋਰਾਂ ਨੇ ਗੱਲ ਕੀਤੀ ਹੈ ਵੀ ਬੜੇ ਮੰਦਿਰ ਹੈਗੇ ਆ ਜਿੱਥੇ ਦਲਿਤ ਪੜ੍ਹ ਹੀ ਨਹੀਂ ਸਕਦੇ, ਮੱਕੇ ਦੇ ਵਿੱਚ ਗੈਰ ਮੁਸਲਿਮ ਨਹੀਂ ਜਾ ਸਕਦੇ। ਸੋ ਹਰ ਥਾਂ ਦੀਆਂ ਆਪਣੀਆਂ ਆਪਣੀਆਂ ਮਰਿਆਦਾਂ ਹੈਗੀਆਂ ਜੀ। ਦਰਬਾਰ ਸਾਹਿਬ ਸਿਰਫ ਸ਼ਰਧਾ ਦਾ ਕੇਂਦਰ ਨਹੀਂ ਹੈ, ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਵੀ ਹੈ। ਸਿੱਖ ਫੇਥ ਦਾ, ਸਿੱਖ ਸਵਰੈਂਟੀ ਦਾ ਜਿਹੜਾ ਸਿੰਬਲ ਹੈ ਉਹ ਦਰਬਾਰ ਸਾਹਿਬ ਹੈ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਗੁਰੂ ਰਾਮਦਾਸ ਨੇ ਇਹ ਜ਼ਮੀਨ ਖਰੀਦ ਕੇ ਇੱਥੇ ਸ਼ਹਿਰ ਵਸਾਇਆ ਸੀ, ਤੇ ਸ਼ਹਿਰ ਦੇ ਵਿੱਚ ਇਹ ਦਰਬਾਰ ਸਾਹਿਬ ਦੀ
ਨਹੀਂ ਰੱਖੀ ਸੀ। ਗੁਰੂ ਅਰਜਨ ਦੇਵ ਨੇ ਇਹਨੂੰ ਪੂਰਾ ਕੀਤਾ ਸੀ। ਇਹ ਕਿਸੇ ਰਾਜ ਦੇ ਅਧੀਨ ਨਹੀਂ ਸੀ, ਇਹ ਇੰਡੀਪੈਂਡੈਂਟ ਜਗ੍ਹਾ ਸੀ, ਸ਼ੁਰੂ ਤੋਂ ਸਾਵਰਨ ਏਰੀਆ ਹੈ। ਚਲੋ ਉਹ ਗੱਲ ਵੱਖਰੀ ਹੈ, ਠੀਕ ਹੈ। ਇਹਦੀ ਫਿਲਾਸਫੀ ਚੌ ਵਰਨਾ ਕੋ ਸਾਂਝਾ, ਚਾਰ ਦਰਵਾਜ਼ੇ ਹੈ, ਕਿਤੇ ਕੋਈ ਭੇਦਭਾਵ ਨਹੀਂ। ਲੰਗਰ ਦੀ ਫਿਲਾਸਫੀ ਸਿੱਖ ਪੰਥ ਦੀ ਇਹੀ ਹੈ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ। ਪਰ ਇੱਕ ਆਸਪੈਕਟ ਇਹਦਾ ਹੋਰ ਹੈ, ਜਦੋਂ ਵੀ ਲੋੜ ਪਈ ਹੈ ਨਾ, ਦਰਬਾਰ ਸਾਹਿਬ ਵਾਸਤੇ ਜੇ ਕਿਸੇ ਨੇ ਖੂਨ ਦਿੱਤਾ ਹੈ, ਉਹ ਸਿਰਫ ਸਿੱਖਾਂ ਨੇ ਹੀ ਦਿੱਤਾ। ਮਾਨਵਤਾ ਦਾ ਕੇਂਦਰ ਹੈ, ਸਭ ਵਾਸਤੇ ਖੁੱਲ੍ਹਾ ਹੈ। ਜਦੋਂ ਖੂਨ ਦੀ ਲੋੜ ਪਈ ਹੈ, ਉਦੋਂ ਸਿੱਖਾਂ ਨੇ ਇਤਿਹਾਸ 'ਚ ਵਾਰ-ਵਾਰ ਖੂਨ ਦਿੱਤਾ ਹੈ। ਔਰ ਇਸ ਸ਼ਰਾਈਨ ਦਾ ਜਿਹੜਾ ਜਰਰਾ ਜਰਰਾ ਹੈ, ਉਹ ਸ਼ਹੀਦਾਂ ਦੇ ਖੂਨ ਦੇ ਵਿੱਚ ਸਿੰਜਿਆ ਹੋਇਆ। ਇਹ ਧਿਆਨ 'ਚ ਰੱਖਣਾ ਚਾਹੀਦਾ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਭ ਵਰਨਾਂ ਨੂੰ ਸਾਂਝਾ, ਠੀਕ ਹੈ, ਜਿਹੜੀ ਉਹ ਇਹਦਾ ਇਤਿਹਾਸ ਹੈ, ਜੋ ਕੁਛ ਇੱਥੇ ਕੁਛ ਵੀ ਹੁੰਦਾ ਹੈ, ਉਹਦੇ ਬੈਕਗਰਾਊਂਡ ਦੇ ਵਿੱਚ ਸਾਨੂੰ ਦੇਖਣਾ ਪਏਗਾ। ਇਹ ਨਹੀਂ ਕਿ ਅੱਜ ਮਾਡਰਨ ਯੁੱਗ ਹੈ ਕਿ ਇਹਨੂੰ ਕਿਸ ਢੰਗ ਨਾਲ ਲੈਣਾ। ਮਾਡਰਨਿਟੀ ਦੀ ਆਪਣੀ ਕਨਸੈਪਟ ਹੈ। ਹੁਣ ਜੋ ਕੁਛ ਅੱਜ ਹੋਇਆ, ਮੈਂ ਇਹਨੂੰ SGPC ਨੂੰ ਬਰੀ ਨਹੀਂ ਕਰਦਾ, ਉਹਦੇ ਵਿੱਚ ਗੱਲ ਵੱਖਰੀ ਹੈ। ਲੇਕਿਨ ਹੋਇਆ ਇਹ ਹੈ ਕਿ ਓਵਰ ਦੀ ਈਅਰ, ਜਿੱਥੇ ਹੁਣ ਪਹਿਲਾਂ SGPC 'ਚ ਆਉਂਦਾ ਮੈਂ, ਦਰਬਾਰ ਸਾਹਿਬ ਜਦੋਂ ਐਂਟਰ ਕਰਦੇ ਸੀ ਨਾ, ਇੱਕ ਵਾਈਬ ਆਉਂਦੀ ਸੀ ਬਹੁਤ ਸ਼ਾਂਤ। ਹੁਣ ਜਦੋਂ ਤੁਸੀਂ ਐਂਟਰ ਕਰਦੇ ਹੋ, ਤੇ ਖਪਖਾਨਾ ਹੁੰਦਾ, ਉਹ ਸ਼ਾਂਤੀ ਨਹੀਂ ਹੈ। ਇਹ ਇੱਕ ਸਿੱਖ ਫੇਥ ਦੇ ਸੈਂਟਰ ਤੋਂ ਹੁਣ ਇੱਕ ਟੂਰਿਸਟ ਸੈਂਟਰ ਬਣ ਗਿਆ। ਮੈਂ ਇਹ ਨਹੀਂ ਕਹਿ ਰਿਹਾ ਕਿ ਟੂਰਿਸਟ ਨਹੀਂ ਜਾਣੇ ਚਾਹੀਦੇ, ਬਿਲਕੁਲ ਜਾਣੇ ਚਾਹੀਦੇ। ਜਦੋਂ ਇਹ ਹੈਰੀਟੇਜ ਸਟਰੀਟ ਬਣੀ ਸੀ, ਮੈਂ ਜੋੜਦਾ ਨਾਲ ਹੁਣ, ਤੇ ਜਦੋਂ ਉਹਦੀ ਇਨਾਗਰੇਸ਼ਨ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਸੀ, ਮੈਂ ਵੀ ਸੀ ਉੱਥੇ, ਅਸੀਂ ਨਾਲ ਹੀ ਇਕੱਠੇ ਜਾ ਰਹੇ ਸੀਗੇ। ਤੇ ਕਿਸੇ ਵੇਲੇ ਇੰਡੀਅਨ ਐਕਸਪ੍ਰੈਸ ਦਫ਼ਤਰ ਜਿੱਥੇ ਮੈਂ ਕੰਮ ਕਰਦਾ ਰਿਹਾ, ਉਹ ਵੀ ਉਸੇ ਏਰੀਏ ਧਰਮ ਸਿੰਘ ਮਾਰਕੀਟ ਦੇ ਵਿੱਚ। ਇਹ ਕਹਿੰਦੇ ਜੀ ਇਹ ਸਾਡੀ ਹੈਰੀਟੇਜ ਸਟਰੀਟ ਹੈ, ਵਿਰਾਸਤੀ ਇਮਾਰਤ ਹੈ। ਮੈਂ ਕਿਹਾ ਜੀ ਮੈਥੋਂ ਤਾਂ ਮੇਰਾ ਦਫ਼ਤਰ ਹੀ ਨਹੀਂ ਪਛਾਣਿਆ ਜਾ ਰਿਹਾ, ਵਿਰਾਸਤ ਕਾਹਦੀ ਹੈ? ਵਿਰਾਸਤ ਹੁੰਦੀ ਹੈ ਤਾਂ ਲੋਕਾਂ ਨੂੰ ਇਹਨੂੰ ਮੇਨਟੇਨ ਕਰਕੇ ਰੱਖਦੀ। ਨੰਬਰ 2, ਇਹ ਮੈਂ ਕਿਹਾ ਤੁਸੀਂ ਬਣਾਇਆ ਹੈ ਬਿਊਟੀਫਿਕੇਸ਼ਨ, ਰਾਜਸਥਾਨ ਦਾ ਆਰਟ ਲੈ ਕੇ ਸਿੱਖ ਆਰਟ ਨਹੀਂ, ਔਰ ਗਿੱਧੇ ਭੰਗੜੇ ਦੇ ਬੁੱਤਾਂ ਦਾ ਸਿੱਖ ਵਿਰਾਸਤ ਨਾਲ ਕੋਈ ਤਾਲੁਕ ਨਹੀਂ। ਦਰਬਾਰ ਸਾਹਿਬ ਦੀ ਵਿਰਾਸਤ ਨਾਲ ਇਹ ਸ਼ਹੀਦੀ ਸਥਾਨ, ਸਿੱਖ ਫੇਥ ਦਾ ਸਥਾਨ। ਸੋ ਉਹ ਓਵਰ ਦੀ ਈਅਰ ਇਹ ਬਣ ਗਿਆ ਇੱਕ ਟੂਰਿਸਟ ਸੈਂਟਰ। ਜਦੋਂ ਟੂਰਿਸਟ ਬਣ ਗਿਆ ਤੇ SGPC ਨੂੰ ਚਾਹੀਦਾ ਸੀਗਾ ਆਪਣਾ ਕੋਈ ਟ੍ਰੇਨਡ ਸਟਾਫ ਰੱਖੋ, 5-7 ਬੰਦੇ ਅੰਗਰੇਜ਼ੀ ਬੋਲਣ ਵਾਲੇ, ਤੇ ਬਾਹਰ ਬੋਰਡ ਵੱਡੇ ਵੱਡੇ ਲਾਓ ਕਿ ਸਾਡੀ ਜਿਹੜੀ ਮਰਿਆਦਾ ਹੈ ਉਹ ਕੀ ਹੈ। ਉਸ ਤਰੀਕੇ ਦੇ ਨਾਲ ਤੁਸੀਂ ਅੰਦਰ ਜਾਓ। ਹੁਣ ਤਾਂ ਸਿਰ ਢਕਣ ਵਾਸਤੇ ਵੀ ਕਹਿਣਾ ਪੈਂਦਾ ਜਦੋਂ ਟੂਰਿਸਟ ਜਾਂਦੇ ਹੈ। ਪਰ ਜਿਹੜੀ ਗੱਲ ਮੈਂ ਬੇਸਿਕ ਕੀਤੀ ਹੈ, ਇੱਕ ਤਾਂ ਐਜੂਕੇਟ ਕਰੋ ਜਿਹੜਾ ਟੂਰਿਸਟ ਆਉਂਦਾ ਉਹਨੂੰ। ਇਹ SGPC ਦਾ ਫਰਕ ਹੈ। ਔਰ SGPC ਨੂੰ ਡਿਫੈਂਸਿਵ ਹੋਣ ਦੀ ਲੋੜ ਨਹੀਂ। ਅੱਜ ਉਹ ਡਿਫੈਂਸਿਵ ਹੋ ਰਹੇ ਸੀਗੇ ਕਿ ਦੇਖੋ ਜੀ ਅਸੀਂ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਪਰ ਡਿਫੈਂਸਿਵ ਕਿਉਂ ਹੋ ਰਹੇ ਯਾਰ? ਉਹ ਸਾਡੀ ਸ਼ਰਾਈਨ ਹੈ, ਸਾਡੇ ਨਾਰਮਸ ਹੈਗੀ। ਤੁਸੀਂ ਇਸ ਤਰ੍ਹਾਂ ਨਹੀਂ ਅੰਦਰ ਜਾ ਸਕਦੇ। ਜੇ ਸ਼ਰਧਾ ਹੈ ਅੰਦਰ ਜਾਓ, ਅੱਗੇ ਤੁਹਾਡੀ ਮਰਜ਼ੀ ਹੈ, ਕੋਈ ਗੱਲ ਨਹੀਂ, ਨਾ ਜਾਓ। ਇਹ ਕਲੀਅਰ ਕੱਟ ਕਰੋ, ਜਿਹਨੂੰ ਸ਼ਰਧਾ ਹੈਗੀ ਹੈ ਉਹ ਜਾਏਗਾ। ਤੇ ਜੇ ਸ਼ਰਧਾ ਵਾਲਾ ਵਿਅਕਤੀ ਉਸ ਢੰਗ ਨਾਲ ਹੀ ਜਾਏਗਾ ਜਿਹੜੇ ਨਾਰਮਸ ਹੈਗੀ ਜੀ। ਸੋ SGPC ਨੂੰ ਇਹ ਪ੍ਰੋਪਰ ਇਹਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਬਾਹਰ ਦੇ ਟੂਰਿਸਟ ਹੈਗੇ ਹੈ ਉਹਨਾਂ ਨੂੰ ਕਿਵੇਂ ਸਮਝਾਉਣਾ ਹੈ। ਉਹਨਾਂ ਵਾਸਤੇ ਬਾਹਰ ਬੋਰਡ ਲਾਓ ਵੱਡੇ ਵੱਡੇ, ਇੰਗਲਿਸ਼ ਤੇ ਹਿੰਦੀ ਦੇ ਵਿੱਚ। ਹਿੰਦੀ 'ਚ ਭਾਵੇਂ ਨਾ ਲਾਓ, ਕੋਈ ਗੱਲ ਨਹੀਂ, ਇੰਗਲਿਸ਼ ਦੇ ਵਿੱਚ ਬੋਰਡ ਲਾਓ ਤੇ ਸਮਝਾਉਣ ਵਾਸਤੇ ਪੜ੍ਹੇ ਲਿਖੇ 4 ਮੁੰਡੇ ਕੁੜੀਆਂ ਬਾਹਰ ਗੇਟਾਂ ਤੇ ਖੜੇ ਕਰੋ ਸਾਰਿਆਂ ਤੇ, ਤਾਂ ਕਿ ਉਹ ਸਮਝਾਉਣ ਲੋਕਾਂ ਨੂੰ। ਜਿਵੇਂ ਟੂਰਿਸਟ ਸੈਂਟਰਸ ਹੁੰਦਾ ਅਕਸਰ, ਜੇ ਤੁਸੀਂ ਛੱਡੋ ਸ਼ਿਮਲੇ ਹੀ ਜਾਓ, ਤੁਸੀਂ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼, ਉਹ ਗਰੁੱਪ ਲੈ ਕੇ ਜਾਂਦੇ, ਸਮਝਾਉਂਦੇ ਕਿ ਹੈ ਕੀ। ਤੁਸੀਂ ਪਹਿਲਾਂ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਆ ਉਹਨਾਂ ਨੂੰ ਬਰੀਫ ਕਰੋ। ਤੁਸੀਂ ਸੈਂਟਰ ਥੱਲੇ ਬਣਾਇਆ ਹੈ ਦਰਬਾਰ ਸਾਹਿਬ ਦੇ ਸਾਹਮਣੇ, ਦਰਸ਼ਨੀ ਡਿਊਟੀ ਦੇ ਸਾਹਮਣੇ, ਉਹ ਕਾਹਦੇ ਵਾਸਤੇ ਬਣਾਇਆ ਸੀ? ਉਹਨੂੰ ਤਾਂ ਤਾਲਾ ਲੱਗਿਆ ਹੋਇਆ, ਜਿੱਥੇ ਬਰੀਫ ਕੀਤਾ ਜਾ ਸਕਦਾ ਸੀਗਾ। ਸੋ ਪਹਿਲਾਂ ਜਿਹੜੇ ਬਾਹਰੋਂ ਆਏ ਆ ਲੋਕ, ਉਹਨਾਂ ਨੂੰ ਐਜੂਕੇਟ ਕਰਨ ਦਾ ਅਰੇਂਜਮੈਂਟ ਕਰੋ, ਫਿਰ ਉਹਨਾਂ ਦਾ ਟੂਰ ਅੰਦਰ ਕਨੈਕਟ ਕਰਾਓ, ਤਾਂ ਇਹ ਸਮੱਸਿਆ ਠੀਕ ਹੋਏਗੀ। ਜੇ ਟੂਰਿਸਟ ਸੈਂਟਰ ਤੁਸੀਂ ਬਣਾ ਹੀ ਦਿੱਤਾ ਹੈ, ਉਹਨੂੰ ਫਿਰ ਉਹਦੇ ਪ੍ਰੋਪਰ ਜਿਹੜੇ ਤਰੀਕੇ ਹੈ ਉਹ ਅਡਾਪਟ ਕਰੋ। ਲੇਕਿਨ ਰਿਪੀਟ ਕਰਦਾ ਮੈਂ ਕਿ ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਨੇ ਆਪਣਾ ਵਾਰ-ਵਾਰ ਖੂਨ ਦਿੱਤਾ ਹੈ ਤੇ ਧਿਆਨ ਰੱਖਣਾ ਚਾਹੀਦਾ। ਬਿਲਕੁਲ। ਔਰ ਕਈ ਵਾਰ ਮੈਂ ਤਾਂ, ਕਿਉਂਕਿ ਜਿਹਨੇ ਵੀ ਇਹਨੂੰ ਅਹਿਸਾਸ ਕੀਤਾ ਆਪਣੇ ਤਰੀਕੇ ਨਾਲ ਕੀਤਾ, ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਪਹਿਲੀ ਪੌੜੀ ਤੋਂ ਥੱਲੇ ਉਤਰਦੇ ਹੋ
ਤੇ ਇੱਕ ਨਿਮਰਤਾ ਤੁਹਾਡੇ ਅੰਦਰ ਆਪਣੇ ਆਪ ਪ੍ਰਵੇਸ਼ ਕਰਦੀ ਆ। ਆਮ ਤੌਰ ਤੇ ਸਥਾਨ ਉੱਚੇ ਹੁੰਦੇ ਆ, ਪਰ ਜਦੋਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆ ਤੇ ਅਸੀਂ ਹੇਠਾਂ ਨੂੰ ਜਾਂਦੇ ਆ। ਜਦੋਂ ਤੁਸੀਂ ਪੈਰ ਧੋ ਕੇ, ਹੱਥ ਮੂੰਹ ਧੋ ਕੇ ਅੰਦਰ ਜਾਂਦੇ ਹੋ, ਸੁੱਚਤਾ ਦੇ ਨਾਲ ਅੰਦਰ ਵੜਦੇ ਹੋ, ਤੇ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਹੋਊਗਾ ਕਿ ਕਈਆਂ ਦੀ ਅੱਖਾਂ ਚੋਂ ਪਰਲ ਪਰਲ ਅਥਰੂ ਵਹਿਣ ਲੱਗ ਪੈਂਦੇ ਆ। ਸੋ ਇਹ ਜਿਹੜੇ ਥੱਲੇ ਜਾਣਾ ਹੈ, ਇਹਦੇ ਚ ਫਿਲਾਸਫੀ ਹੈ, ਨਿਮਰਤਾ ਦੀ ਫਿਲਾਸਫੀ ਇਹਦੇ ਚ। ਹਾਂ, ਉਹ ਕੁਦਰਤੀ ਹੈ ਵੀ ਤੁਸੀਂ ਜਦੋਂ ਨਿਮਰ ਹੋ ਜਾਂਦੇ ਹੋ। ਮੈਂ ਬਹੁਤ ਸਾਰੇ ਲੋਕਾਂ ਨੂੰ ਉੱਥੇ ਪਹਿਲਾਂ ਜਦੋਂ ਜਾਂਦੇ ਹੀ ਸਾਹਮਣੇ ਸਰੋਵਰ ਤੋਂ ਪਹਿਲਾਂ ਜਿੱਥੇ ਤੁਹਾਨੂੰ ਸੱਚਖੰਡ ਦੇ ਦਰਸ਼ਨ ਹੁੰਦੇ ਆ, ਤੇ ਉੱਥੇ ਮੈਂ ਕਈਆਂ ਨੂੰ ਅੱਖਾਂ ਚ ਅਥਰੂ ਲੈ ਕੇ ਦੇਖਿਆ, ਦਰਬਤ ਹੁੰਦਿਆਂ ਦੇਖਿਆ। ਔਰ ਹੁਣ ਅੱਜ ਕੱਲ੍ਹ ਸਮੱਸਿਆ ਇਹ ਵੀ ਹੈ ਕਿ ਕਿਸੇ ਦੇ ਫੋਨ ਦੇ ਵਿੱਚ ਨਾਲ ਹੀ ਕੋਈ ਗੀਤ ਵੱਜਣਾ ਸ਼ੁਰੂ ਹੋ ਜਾਂਦਾ, ਕੋਈ ਟਿਊਨ ਲੱਗੀ ਹੁੰਦੀ। ਇਹ ਅਸੀਂ ਸਿੱਖਾਂ 'ਚ ਵੀ ਹੈ, ਕੋਈ ਬਾਹਰਲੇ ਲੋਕਾਂ 'ਚ ਨਹੀਂ। ਉੱਥੇ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਆ। ਸਰਦਾਰ ਹਮੀਤ ਸਿੰਘ ਹੋਰਾਂ ਵੀ ਜਿਵੇਂ ਕਿਹਾ, ਔਰ ਸਰਦਾਰ ਜਗਤਾਰ ਸਿੰਘ ਨੇ, ਕਿ ਸਭ ਤੋਂ ਪਹਿਲਾਂ ਬਾਹਰ ਸਾਨੂੰ ਕੁਝ ਨਿਯਮ, ਨੇਮ, ਕਾਇਦੇ ਆਪ ਡਿਸਪਲੇ ਕਰਨੇ ਪੈਣਗੇ। ਤਰੱਦਦ ਕਰਨਾ ਪਊਗਾ ਕਿ ਆਪਾਂ ਡਿਫਰੈਂਸ਼ੀਏਟ ਤਾਂ ਕਰਦੇ ਨਹੀਂ, ਪਰ ਅੰਦਾਜ਼ਾ ਹੋ ਜਾਂਦਾ ਜੇ ਕੋਈ ਫਾਰਨਰ ਹੈ, ਜੇ ਕੋਈ ਦੂਜੀ ਸਟੇਟ ਤੋਂ ਆ ਰਿਹਾ, ਜੇ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੁਝ ਸਮਝਾਉਣ ਦੀ ਲੋੜ ਹੈ, ਬਾਹਰ ਕੁਝ ਦੱਸਣ ਦੀ ਲੋੜ ਹੈ, ਤੁਸੀਂ ਕਰ ਸਕਦੇ ਹੋ ਬਰੀਫ। ਕਈ ਚੀਜ਼ਾਂ ਐਸੀਆਂ ਹੁੰਦੀਆਂ ਜੇ ਕਿਸੇ ਨੂੰ ਸਮਝਣ ਦੀ ਲੋੜ ਆ, ਤੇ ਉਹ ਅੰਦਰ ਜਾ ਕੇ ਤੁਹਾਡੇ ਬੰਦਿਆਂ ਕੋਲ ਜਿਹੜੇ ਬੜੇ ਬੈਠੇ ਹੁੰਦੇ ਆ ਮਜ਼ੇ ਨਾਲ ਕੁਰਸੀਆਂ ਤੇ ਸੋਫਿਆਂ ਤੇ, ਉਹਨਾਂ ਤੋਂ ਪੁੱਛਣ ਲੱਗਿਆ ਵੀ ਕਈ ਤਰ੍ਹਾਂ ਦੇ ਮਸਲੇ ਨੇ। ਲੇਕਿਨ ਜੇਕਰ ਬਾਹਰ ਸਾਡੇ ਲੋਕ ਅਵੇਲੇਬਲ ਹੋਣ ਸਮਝਾਉਣ ਲਈ, ਤੇ ਪੁੱਛਣਾ ਬਹੁਤ ਸੌਖਾ ਹੋ ਜਾਂਦਾ। ਅਸੀਂ ਵੀ ਦੁਨੀਆ ਭਰ 'ਚ ਜਦੋਂ ਕਿਤੇ ਐਜ਼ ਏ ਟੂਰਿਸਟ ਵਿਚਰਦੇ ਹਾਂ, ਤੇ ਕਿਸੇ ਸਥਾਨ ਬਾਰੇ ਜੇ ਕੋਈ ਜਾਣਕਾਰੀ ਦੇਣ ਵਾਲਾ ਹੋਵੇ, ਪਤਾ ਹੋਵੇ ਕਿ ਇਹ ਗਾਈਡ ਹੈ, ਜਾਂ ਉਹ ਤੋਂ ਪੁੱਛ ਲੈਂਦੇ ਆ ਵੀ ਕੀ ਹੈ, ਇੰਨਾ ਤਰੱਦਦ ਕਰਨ ਦੇ। ਸੋ ਮੈਨੂੰ ਲੱਗਦਾ ਕਿ ਜੇਕਰ ਤੁਸੀਂ ਅਧਿਆਤਮਿਕਤਾ ਸਿਖਾ ਸਕਦੇ ਹੋ, ਜੇਕਰ ਤੁਹਾਨੂੰ ਆਪਣੇ ਧਰਮ ਬਾਰੇ ਗਿਆਨ ਦੇਣ 'ਚ ਕੋਈ ਮੁਸ਼ਕਲ ਨਹੀਂ, ਉਹ ਵੀ ਬਹੁਤ ਬਰੀਫ ਦੇ ਵਿੱਚ, ਤਾਂ ਬੰਦਾ ਉਹ ਸ਼ਰਧਾ ਲੈ ਕੇ ਫਿਰ ਅੰਦਰ ਜਾਂਦਾ। ਅਦਰਵਾਈਜ਼ ਉਹ ਟੂਰਿਸਟ ਵਜੋਂ ਜਾਊਗਾ, ਖਰਮਸਤੀ ਵੀ ਕਰ ਸਕਦਾ। ਜੇ ਗਰੁੱਪਾਂ 'ਚ ਨੇ, ਜੇ ਉਮਰ ਗਰੁੱਪ ਜਿਹੜੇ ਨੇ ਉਹਨਾਂ ਦੇ ਵਿੱਚ ਨੌਜਵਾਨ ਖਰਮਸਤੀ ਕਰ ਲੈਂਦੇ ਆ, ਫੋਨ ਤੇ ਵੀਡੀਓ ਬਣਦੀਆਂ, ਫਿਰ ਤਕਰਾਰ ਹੁੰਦੇ ਆ। ਸੇਵਾਦਾਰ ਸਾਡੇ ਕੋਲ ਕਿੰਨੇ ਕੁ ਟ੍ਰੇਨਡ ਨੇ ਇਹ ਸਾਨੂੰ ਵੀ ਪਤਾ ਹੈ। ਜਦੋਂ ਉਹ ਤਲਖ ਹੋਣਗੇ, ਤਲਖੀ ਦੋਹਰੇ ਪਾਸਿਓਂ ਹੋਊਗੀ, ਫਿਰ ਇਸ ਸਥਾਨ ਦੀ ਆਬਾ ਤੇ ਅਸਰ ਆਉਂਦਾ। ਮੈਂ ਵੈਸੇ ਇੰਨੀ ਸਮਰੱਥਾ ਫਿਰ ਕਹਿ ਦਿਆਂ ਕਿ ਨਹੀਂ ਰੱਖਦਾ, ਮੈਂ ਦੱਸ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ। ਨਹੀਂ, ਮੈਂ ਥੋੜੀ ਜਿਹੀ ਐਡੀਸ਼ਨ ਕਰ ਦਿੰਦਾ ਕਿ 2 ਵਾਰੀ ਪਹਿਲਾਂ ਰੌਲਾ ਪਿਆ ਕਿ ਬਾਹਰ ਕਿਸੇ ਫਿਲਮ ਵਾਲਿਆਂ ਨੇ 2 ਵਾਰੀ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਦਰਬਾਰ ਸਾਹਿਬ ਦੇ ਸਾਹਮਣੇ ਜੀ। ਸੋ ਉੱਥੇ ਵੀ ਕੰਟਰੋਵਰਸੀ ਆਈ ਸੀਗੀ। ਮੈਂ ਇੱਕ ਵਾਰੀ SGP ਵਾਲੇ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਕੋਈ ਨਾਰਮਸ ਹੈਗੀ ਹੈ ਫਿਲਮਾਂ ਬਾਰੇ ਜਾਂ TV ਸੀਰੀਅਲ ਬਾਰੇ ਕਿ ਸਿੱਖਾਂ ਨੂੰ ਕਿਵੇਂ ਪੇਸ਼ ਕਰਨਾ ਹੈ, ਕਿ ਡੂਜ਼ ਐਂਡ ਡੋਨਟਸ ਹੈ ਕੋਈ? ਉਹ ਕਹਿੰਦੇ ਸਾਡੇ ਕੋਲ ਕੁਛ ਨਹੀਂ। ਜਦੋਂ ਕੋਈ ਗਲਤ ਢੰਗ ਨਾਲ ਪੇਸ਼ ਕਰਦਾ ਹੈ, ਫਿਰ ਉਦੋਂ ਰੌਲਾ ਪੈਂਦਾ ਵੀ ਆਹ ਇਸ ਤਰ੍ਹਾਂ ਗਲਤ ਪੇਸ਼ ਕਰਦਾ। ਕੁਛ ਕਸੂਰ ਸਾਡੇ ਆਪਣੇ ਵੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਪੱਖ ਪੇਸ਼ ਕਰ ਰਹੇ ਸੀ, ਔਰ ਪੱਖ ਪੇਸ਼ ਕਰਦਿਆਂ ਜਿੱਥੇ ਉਹ ਮਾਫੀ ਮੰਗ ਰਹੇ ਸੀ, ਉੱਥੇ ਵਿੱਚ ਤਲਖ ਵੀ ਹੋ ਰਹੇ ਸੀ। ਮਾਫੀ ਮੰਗਣੀ ਵੀ ਕੋਈ ਬਹੁਤ ਜਾਇਜ਼ ਨਹੀਂ ਬਣਦੀ, ਤੇ ਤਲਖ ਹੋਣਾ ਵੀ ਕੋਈ ਜਾਇਜ਼, ਵੀ ਅਸੀਂ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇਹ ਵੀ ਕੋਈ ਤਲਖੀ ਚ ਆਉਣ ਦੀ ਲੋੜ ਨਹੀਂ। ਸਾਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਜਾਂ ਲੈਣ ਦੀ ਮੈਨੂੰ ਲੱਗਦਾ ਲੋੜ ਨਹੀਂ। ਸਰਦਾਰ ਹਮੀਰ ਸਿੰਘ ਜੀ, ਮਾਫੀ ਮੰਗਣ ਦੀ ਕੋਈ ਲੋੜ ਨਹੀਂ ਸੀਗੀ, ਗੱਲ ਕਲੀਅਰ ਸਾਫ਼ ਕਰ ਦੇ ਜੀ। ਮੈਨੂੰ ਕੇਵਲ ਇੰਨਾ ਲੱਗਦਾ ਹੈ ਸਾਰੇ ਮਾਮਲੇ ਦੇ ਵਿੱਚ ਕਿ ਅਸੀਂ ਇੰਨੇ ਹਾਈਪਰ ਕਿਉਂ ਹੁੰਦੇ ਆ ਮਾੜੀ ਮੋਟੀਆਂ ਗੱਲਾਂ ਤੇ। ਜਿਹੜੀਆਂ ਗੱਲਾਂ ਮਾੜੀ ਜੀ ਹੋ ਜਾਂਦੀ ਹੈ ਤੇ ਸਾਡੀ ਰਿਐਕਸ਼ਨ ਇਹੋ ਜਿਹਾ ਹੀ ਹੋਏਗਾ ਕਿ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ। ਕੁਰਬਾਨੀਆਂ ਅਸੀਂ ਕੀਤੀਆਂ ਸਾਡੇ ਸਿਧਾਂਤ ਲਈ। ਸਿਧਾਂਤ ਹਲੀਮੀ ਦਿੰਦਾ ਹੈ, ਤੇ ਹਲੀਮੀ ਬਾਰ-ਬਾਰ ਗਾਉਣ ਦਾ ਨਾਂ ਨਹੀਂ ਹੁੰਦਾ ਕਿ ਤੁਸੀਂ ਐਂ ਕੀਤਾ, ਤੁਸੀਂ ਐਂ ਕੀਤਾ। ਤੁਹਾਡਾ ਕਿਰਦਾਰ ਹੁੰਦਾ ਉਹ ਜਿਹੜਾ ਸਭ ਦੇ ਸਾਹਮਣੇ ਕਿਵ ਸਚਿਆਰਿਆ ਹੋਏ ਦਾ ਜਿਹੜਾ ਕਨਸੈਪਟ ਹੈ ਨਾ, ਸਭ ਤੋਂ ਜ਼ਿਆਦਾ, ਸਭ ਤੋਂ ਪ੍ਰੋਮੀਨੈਂਟ ਉਹ ਚੀਜ਼ ਹੈ। ਔਰ ਜਦੋਂ ਤੁਸੀਂ ਉਸ ਢੰਗ ਨਾਲ ਬਿਹਾਵ ਕਰਦੇ ਹੋ ਕਿਸੇ ਵੀ ਨਾਲ, ਮੈਂ ਭਾਈ ਕਨ੍ਹਈਆ ਦੀ ਤਾਂ ਗੱਲ ਕੀਤੀ ਸੀ, ਕੋਈ ਬੀਬੀ ਆਈ, ਕੋਈ ਜਿਹੜਾ ਮਰਜ਼ੀ ਬੰਦਾ ਆਇਆ, ਇੱਕ ਦੋ, ਉਹਨੂੰ ਪਿਆਰ ਮੁਹੱਬਤ ਨਾਲ ਲਿਜਾ ਕੇ, ਜੇ ਉਹ ਇੱਕ ਗਲਤ ਵੀ ਕਰਦਾ ਤਾਂ ਅਸੀਂ ਗਲਤ ਨੂੰ ਗਲਤ ਨਾਲ ਨਹੀਂ ਨਾ ਕੱਟਦੇ, ਅਸੀਂ ਗਲਤ ਨੂੰ ਠੀਕ ਨਾਲ ਕੱਟਦੇ ਹਾਂ। ਔਰ ਉਸੇ ਤਰੀਕੇ ਦੇ ਨਾਲ ਅਸੀਂ ਜਾ ਕੇ ਮਤਲਬ ਉਹਨੂੰ ਕਿਤੇ ਬਿਠਾ ਕੇ ਲਿਜਾ ਕੇ ਬੀਬੀ ਨੂੰ ਕਿਸੇ ਕਮਰੇ 'ਚ ਠੀਕ ਢੰਗ ਨਾਲ ਗੱਲਬਾਤ ਕੀਤੀ ਹੁੰਦੀ। ਜਿਹੜਾ ਐਡਾ ਵੱਡਾ ਮਾਹੌਲ ਹੋਣਾ, ਜਿਵੇਂ ਇਹੀ ਵਾਪਰਿਆ ਘਟਨਾ, ਹੋਰ ਕੋਈ ਵਾਪਰੀ ਹੋ ਨਹੀਂ, ਤਾਂ ਕੀ ਮੈਸੇਜ ਦੇਣਾ ਚਾਹੁੰਦੇ? ਸਾਡਾ ਟੈਕਲ ਕਰਨ ਦਾ ਤਰੀਕਾ ਕੀ ਹੈ? ਇਹ ਤਾਂ ਬਹੁਤ ਛੋਟੀ ਗੱਲ ਹੈ ਨਾ, ਕੱਲ ਨੂੰ ਵੱਡੀ ਗੱਲ ਹੋਊਗੀ। ਅਸੀਂ ਕਿਵੇਂ, ਅਸੀਂ ਤਾਂ ਆਪ ਆਪਣੀਆਂ ਪੱਗਾਂ ਤਾਰਦੇ ਹਾਂ ਉੱਥੇ ਕਿੰਨੇ ਵਾਰ ਬੈਠ ਕੇ। ਕਿੰਨੇ ਵਾਰ ਸਿੱਖਾਂ ਦਾ ਹੀ ਕੋਈ ਰਾਈਵਲ ਗਰੁੱਪ ਜਾਂਦਾ, ਕਿੰਨੇ ਵਾਰ ਬਾਕੀ SGPC ਦੇ ਦਫ਼ਤਰ 'ਚ ਹੀ ਲੋਕ ਜਾਂਦੇ ਨੇ ਧਰਨਾ ਦੇਣ ਦੇ ਲਈ। ਉਹਦੇ ਨਾਲ ਡੀਲ ਕਿਵੇਂ ਕਰਦੇ ਆ? ਰੌਲਾ ਸਭ ਤੋਂ ਵੱਡਾ ਇਹ ਹੁੰਦਾ ਤੁਹਾਡਾ ਬਿਹੇਵੀਅਰ ਕੀ ਹੋਵੇ, ਜਿਹੜਾ ਅਸੀਂ ਪੁਲਿਸ ਤੋਂ ਚਾਹੁੰਦੇ ਆ, ਜਿਹੜਾ ਸਟੇਟ ਤੋਂ ਚਾਹੁੰਦੇ ਆ ਨਾ, ਉਹ ਜਿਹੜਾ ਇੱਕ ਪੈਟਰਨ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਤੁਹਾਡੇ ਕੋਲ ਕਿਸ ਲੈਵਲ ਦੇ ਬੰਦੇ ਨੇ ਔਰ ਕਿਸ ਲੈਵਲ ਦੇ। ਗੁਰੂ ਨਾਨਕ ਸਾਹਿਬ ਬਾਰ-ਬਾਰ ਸਾਨੂੰ ਕੀ ਕਹਿੰਦੇ ਨੇ? ਅਸੀਂ ਫਿਲਾਸਫੀ ਤੋਂ ਚੱਲਦੇ ਆ ਨਾ, ਕਿ
ਆਰਗੂਮੈਂਟ ਕਰੋ, ਸੰਵਾਦ ਕਰੋ। ਸੰਵਾਦ ਨਹੀਂ ਹੈ, ਸਾਹਮਣੇ ਵਾਲੇ ਕੋਲ ਕੋਈ ਗੱਲ ਨਹੀਂ ਹੈ, ਜੋ ਗੁੱਸੇ ਹੁੰਦਾ ਅਗਲੇ ਨੂੰ ਕਹੋ ਰੋਸ ਨਾ ਕੀਜੈ, ਉੱਤਰ ਦੀਜੈ। ਰੋਜ਼ ਫਿਲਾਸਫੀਕਲੀ ਅਸੀਂ ਇਹ ਗੱਲਾਂ ਕਰਦੇ ਹਾਂ, ਪ੍ਰੈਕਟਿਸ ਸਾਡੀ ਉਹਦੇ ਉਲਟ ਹੋਵੇ। ਉਹ ਚੀਜ਼ਾਂ ਦਾ ਮਤਲਬ ਕੀ ਬਚਦਾ ਨਾ, ਇਹਦਾ ਮਤਲਬ ਕੱਲੇ ਵਾਰੀਅਰ ਆ ਅਸੀਂ। ਇਹ ਸੰਤ ਸਿਪਾਹੀ ਦਾ ਕਨਸੈਪਟ ਹੈ। ਸੰਤ ਉਦੋਂ ਉੱਪਰ ਹੈ, ਮਤਲਬ ਵਾਰੀਅਰ ਉਹਦੇ ਦਾਇਰੇ 'ਚ ਚੱਲਦਾ ਜਦੋਂ ਵੀ ਕੋਈ ਗੱਲ ਆਉਂਦੀ ਹੈ ਉਹ ਸਾਰੇ ਮਾਮਲੇ ਦੇ। ਇਸੇ ਕਰਕੇ ਸਾਡਾ ਇੱਕ ਜਦੋਂ ਅਸੀਂ ਫਿਲਾਸਫੀ ਤੋਂ ਇੱਧਰ ਉੱਧਰ ਜਾ ਕੇ ਗੱਲ ਕਰਦਾ, ਕਿੰਨੇ ਵਾਰ ਇੱਥੇ ਆਏ ਬੰਦੇ ਔਰ ਕਿੰਨੇ ਗੁਰੂਆਂ ਨੂੰ ਨਹੀਂ ਜਾਣ ਦਿੱਤਾ ਦਰਬਾਰ ਸਾਹਿਬ, ਕਿੰਨੇ ਗੁਰੂਆਂ ਨੂੰ ਨਹੀਂ ਜਾਣ ਦਿੱਤਾ ਗਿਆ ਦਰਬਾਰ ਸਾਹਿਬ ਤੱਕ, ਪਰ ਉਹਨਾਂ ਨੇ ਫਿਲਾਸਫੀ ਥੋੜੀ ਛੱਡੀ ਯਾਰ। ਉਹ ਇੱਥੇ ਆਪਣੀ ਗੱਲ ਉਸੇ ਤਰੀਕੇ ਨਾਲ ਕਰਦੇ ਰਹੇ ਨੇ। ਹਾਂ, ਜਦ ਕਦੇ ਗਏ ਤੇ ਉੱਥੇ ਜਾ ਕੇ ਲੋਕਾਂ ਨੇ ਫਿਰ ਆਪਣਾ ਕਬਜ਼ਾ ਬਾਰ-ਬਾਰ ਬਦਲਦਾ ਵੀ ਰਿਹਾ, ਕਦੇ ਕੁਝ ਹੋਇਆ। ਔਰ ਇਸ ਕਰਕੇ ਜੇ ਠੱਗ ਵੀ ਹੈ ਉਹਨੂੰ ਗੁਰੂ ਨਾਨਕ ਸਾਹਿਬ ਸੱਜਣ ਚ ਕਨਵਰਟ ਕਰਦੇ ਨੇ, ਜੇ ਮਾਧੋ ਦਾਸ ਬਰਾਗੀ ਹੈ ਉਹਨੂੰ ਗੁਰੂ ਸਾਹਿਬ ਬੰਦਾ ਬਹਾਦਰ ਚ ਕਨਵਰਟ ਕਰਦੇ ਨੇ। ਮਤਲਬ ਉਹ ਫਿਲਾਸਫੀ ਦੀ ਤਾਕਤ ਹੈ ਅਸਲ ਚ, ਕਿ ਉੱਥੇ ਬੰਦੇ ਜਾ ਕੇ ਬਦਲਣ, ਤੁਹਾਡਾ ਬਿਹੇਵੀਅਰ ਦੇਖ ਕੇ, ਤੁਹਾਡੀ ਫਿਲਾਸਫੀ ਦੀ ਤਾਕਤ ਦੇਖ ਕੇ। ਉਹ ਕਿਵੇਂ ਬਦਲਣਗੇ ਉਹਦੇ ਬਾਰੇ ਅਸੀਂ ਸੋਚਣਾ ਕਿ ਅਸੀਂ ਉਹਦੇ ਹਾਲ ਦੇ, ਉਹਦੇ ਕੱਦ ਦੇ ਕਦੋਂ ਹੋਣਾ। ਮੈਂ ਇਹ ਗੱਲ ਪਹਿਲਾਂ ਕੀਤੀ ਹੈ ਕਿ ਐਸਜੀਪੀਸੀ ਨੂੰ ਚਾਹੀਦਾ ਹੈ ਕਿ 2-4 ਬੰਦੇ ਪੜ੍ਹੇ ਲਿਖੇ ਬਾਹਰ ਉੱਥੇ ਅਪਾਇੰਟ ਕਰੋ। ਹੁਣ ਅੱਜ ਹੋਇਆ ਕੀ ਹੈ, ਜਦੋਂ ਇਹ ਘਟਨਾ ਵਾਪਰ ਗਈ ਤੇ ਨਾਲ ਹੀ ਟਵਿੱਟਰ ਤੇ ਚੱਲ ਪਈ। ਉਹ ਜਿਹੜਾ ਰਾਈਟ ਰਿਐਕਸ਼ਨ ਹੈ ਟਵਿੱਟਰ ਤੇ, ਉਹ ਦੇਖਣ ਵਾਲਾ ਸੀ। ਇੱਕਦਮ ਜਿਵੇਂ ਅੱਗ ਲੱਗੀ ਹੁੰਦੀ ਆ, ਰਾਈਟ ਵਾਲੇ ਆਏ ਪੈ ਗਏ। ਜਦੋਂ ਇਸ ਤਰ੍ਹਾਂ ਅਟੈਕ ਹੋਏਗਾ ਛੋਟੀ ਜਿਹੀ ਗੱਲ ਤੇ ਫਿਰ ਉਹਦਾ ਰਿਐਕਸ਼ਨ ਤੇ ਇਸ ਤਰ੍ਹਾਂ ਹੀ ਹੋਏਗਾ। ਫਿਰ ਤਾਂ ਦਰਬਾਰ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਨਾ, ਉਹੀ ਕਾਊਂਟਰ ਕਰੇਗੀ ਉਹਨੂੰ। ਮੈਂ ਪਹਿਲਾਂ ਕਿਹਾ ਕਿ ਸਭ ਦਾ ਸਾਂਝਾ ਸਭ ਕੁਝ ਹੈ, ਫਿਲਾਸਫੀ ਹੈ, ਸਭ ਕੁਝ ਹੈ। ਜਦੋਂ ਲੋੜ ਪਈ ਹੈ ਸਿਰ ਤਾਂ ਸਿੱਖਾ ਨਹੀਂ ਦਿੱਤੇ ਹੈ। ਇਹ ਇੰਨਾ ਸੈਂਸਿਟਿਵ ਮਾਮਲਾ, ਇੰਨਾ ਸੰਵੇਦਨਸ਼ੀਲ ਮਾਮਲਾ ਹੈ, ਇਹਦੇ ਇੰਨੇ ਪੱਖ, ਇੰਨੇ ਪਹਿਲੂ ਨੇ, ਔਰ ਸਾਰੇ ਹੀ ਗੁਰਬਾਣੀ ਤੋਂ ਸਿੱਧਤ ਨੇ, ਸਾਰੇ ਹੀ ਸਿੱਖ ਫਲਸਫੇ ਤੋਂ ਸਿੱਧਤ ਨੇ। ਲੇਕਿਨ ਇਹ ਬਹਿਸ ਦਾ ਮੁੱਦਾ ਜਦੋਂ ਬਣਦਾ ਹੈ ਤੇ ਇਹ ਉਹਨਾਂ ਦਾਇਰਿਆਂ 'ਚ ਚਲੇ ਜਾਂਦਾ ਜਿੱਥੇ ਤਰਕਨਾਂ ਦੀ ਕੋਈ ਚੀਜ਼ ਨਹੀਂ, ਦਲੀਲ ਦੀ ਕੋਈ ਚੀਜ਼ ਨਹੀਂ, ਔਰ ਇਹ ਫਿਰ ਬਹੁ ਗਿਣਤੀਵਾਦ, ਘੱਟ ਗਿਣਤੀਵਾਦ ਤੱਕ ਸਿਮਟ ਜਾਂਦਾ ਹੈ, ਜਿੱਥੇ ਫਿਰ ਕੋਈ ਲੋਕ ਕਟਹਿਰੇ 'ਚ ਹੁੰਦੇ ਆ ਤੇ ਫਿਰ ਕੁਝ ਲੋਕ ਜੱਜਮੈਂਟ ਦੇਣ ਦੇ ਆਰ 'ਚ ਹੁੰਦੇ ਆ। ਇਸ ਸਾਰੇ ਮਾਮਲੇ ਨੂੰ ਨਜਿੱਠਦਿਆਂ ਮੈਨੂੰ ਲੱਗਦਾ ਕਿ ਅਸੀਂ ਉਨਾ ਹੀ ਵੱਡਾ ਕਰਦੇ ਜਾਂਦੇ ਹਾਂ। ਜੀ, ਮੈਂ ਇੱਕੋ ਹੀ ਗੱਲ ਤੇ ਕਰਨੀ ਹੈ ਕਿ ਸਾਡੀ ਫਿਲਾਸਫੀ ਜਾਂ ਸਰਕਾਰਾਂ ਜਾਂ ਲੀਡਰ ਜਾਂ ਧਾਰਮਿਕ ਆਗੂ ਹੁਣ ਟਵਿੱਟਰ ਤੈਅ ਕਰੇਗਾ ਕਿ ਅਸੀਂ ਕੀ ਰਿਐਕਟ ਕਰਨਾ। ਜੇ ਟਵਿੱਟਰ ਤੈਅ ਕਰਨ ਲੱਗ ਜਾਏਗਾ ਤਾਂ ਸਾਡਾ ਫੰਡਾਮੈਂਟਲ ਜੁਗਾੜ ਹਿਲਦਾ ਹੈ, ਸਾਡੀ ਬੁਨਿਆਦ ਕਿੱਥੇ ਖੜੀ ਹੈ। ਅਸੀਂ ਟਵਿੱਟਰ ਨੂੰ ਕਹਿ ਸਕਦੇ ਬਕਵਾਸ ਹੋ ਰਿਹਾ ਹੈ ਸਾਰੇ ਦਾ ਸਾਰਾ। ਕੋਈ ਜ਼ਿੰਮੇਵਾਰ ਬੰਦਾ ਆਉਂਦਾ ਸਾਹਮਣੇ, ਆਪਣਾ ਜਵਾਬ ਦਿੰਦਾ, ਉਹ ਕਹਿੰਦਾ ਵੀ ਆ ਸਾਰੀ ਬਕਵਾਸਬਾਜ਼ੀ 'ਚ ਅਸੀਂ ਇਹਨੂੰ ਇਸ ਲੈਵਲ ਤੇ ਕਾਊਂਟਰ ਨਹੀਂ ਕਰਨਾ। ਸਾਨੂੰ ਪਤਾ ਅਸੀਂ ਕਿਵੇਂ ਬਿਹੇਵ ਕਰਨਾ ਲੋਕਾਂ ਦੇ ਨਾਲ, ਸਾਡਾ ਕਿਰਦਾਰ ਦੱਸਦਾ, ਸਾਡੀ ਤਰੀਕਾਕਾਰ ਦੱਸਦਾ। ਸਾਨੂੰ ਇਤਰਾਜ਼ ਕੀ ਹੈ? ਨਰਿੰਦਰ ਮੋਦੀ ਆਉਂਦਾ ਉਹ ਟਵੀਟ, ਭਗਵੰਤ ਮਾਨ ਆਉਂਦਾ ਉਹ ਟਵੀਟ, ਬਾਕੀ ਕੋਈ ਗਲਾ ਖੜਾ ਉੱਠਦਾ। ਟਵਿੱਟਰ ਭੀੜ ਦੀ ਮਾਨਸਿਕਤਾ ਤੱਕ ਲੈ ਜਾਂਦਾ ਸਾਨੂੰ ਜਾ ਕੇ, ਸੰਵਾਦ ਸਭ ਤੋਂ ਬੰਦੇ ਤੱਕ ਲੈ ਜਾਂਦਾ ਜਾ ਕੇ। ਦੋ ਗੱਲਾਂ ਚੋਂ ਅਸੀਂ ਇਹ ਡਿਸਾਈਡ ਕਰਨਾ ਹੈ ਕਿ ਅਸੀਂ ਉੱਪਰਲੇ ਪੱਧਰ ਦੀ ਡਿਬੇਟ ਕਰਨੀ ਹੈ ਜਾਂ ਭੀੜ ਦੇ ਪੱਧਰ ਦੀ ਡਿਬੇਟ ਦੇ ਵਿੱਚ ਸ਼ਾਮਲ ਹੋ ਕੇ ਉਵੇਂ ਹੀ ਰਿਐਕਟ ਕਰਨਾ ਸ਼ੁਰੂ ਕਰ ਦੇਣਾ। ਇਹ ਦੋ ਗੱਲਾਂ ਦਾ ਬਹੁਤ ਸੀਰੀਅਸ ਧਿਆਨ ਰੱਖਣ ਦੀ ਲੋੜ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਦੇ ਲੈਵਲ ਤੇ ਵੀ ਹੋ ਰਿਹਾ ਹੈ। ਯੂਰਪ ਦੇ ਸਾਰੇ ਮੁਲਕ, ਉਹਨਾਂ ਦੀ ਸਾਰੀ ਪਾਲਿਸੀ ਟਵਿੱਟਰ ਤੇ ਆ ਰਹੀ ਹੈ। ਪ੍ਰੈਜ਼ੀਡੈਂਟ ਆਫ ਯੂਐਸ ਟਵਿੱਟਰ ਤੇ ਚੱਲਦਾ ਹੈ, ਉਹ ਸਾਰੀ ਪਾਲਿਸੀ ਟਵਿੱਟਰ ਤੇ ਆਉਂਦੀ ਹੈ। ਇਹ ਹੁਣ ਇਗਨੋਰ ਨਹੀਂ ਕੀਤੀ ਜਾਂਦੀ। ਹਾਂ, ਇਹ ਦੇਖੋ, ਇਹ ਕੁਝ ਪਹਿਲੂ ਨੇ, ਜਾਂ ਫਿਰ ਸਾਨੂੰ ਉਸ ਪੱਧਰ ਦਾ ਸਿਸਟਮ ਉਤਾਰਨਾ ਪਏਗਾ। ਇਹੋ ਜਿਹਾ ਕਿਤੇ ਨਹੀਂ ਕਿ ਯੂਐਸ ਟਵਿੱਟਰ ਤੇ ਆ ਗਿਆ, ਟਵਿੱਟਰ ਤੇ ਦਿੰਦਾ। ਉਹਦੇ ਪਿੱਛੇ ਦੀ ਮੰਥਨ ਦੇਖੋ ਤੁਸੀਂ, ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ, ਕਿੰਨੇ ਬੰਦੇ ਸਿਰ ਜੋੜ ਕੇ ਬੈਠਦੇ ਨੇ। ਉਹਨਾਂ ਦਾ ਦੇਖੋ ਤਾਂ ਸਹੀ, ਉਹਦੀ ਸਪੀਚ ਤੋਂ ਲੈ ਕੇ ਕੀ ਫਰਕ ਪੈ ਰਿਹਾ। ਇਹ ਉਦੋਂ ਬਾਅਦ ਦੇ ਸਵਾਲ, ਅਸੀਂ ਕੱਲੇ ਟਵਿੱਟਰ ਤੇ ਜਾਂਦੇ ਆ, ਉਹਦੇ ਪਿਛਲੀ ਗੱਲ ਨਹੀਂ ਕਰਦੇ ਨਾ। ਟਵਿੱਟਰ ਡਿਕਟੇਟ ਕਰ ਰਿਹਾ, ਮੈਂ ਇਹ ਕਹਿ ਰਿਹਾ। ਹਾਂ, ਟਵਿੱਟਰ ਤੇ ਫਿਰ ਭੀੜ ਦੀ ਮਾਨਸਿਕਤਾ ਵੀ ਬਣ ਜਾਂਦੀ ਨਾ। ਟਵਿੱਟਰ ਜਦੋਂ ਜਿੰਨੇ ਬਣਦੀ ਹੈ, ਹਾਂ, ਜਦੋਂ ਗਿਣਤੀ ਦੇ ਵਿੱਚ ਜ਼ਿਆਦਾ ਲੋਕ ਇੱਕੋ ਗੱਲ ਨੂੰ ਰੀਟਵੀਟ ਕਰ ਰਹੇ ਆ, ਡਿਸਕਸ ਕਰ ਰਹੇ ਆ, ਗਾਲਾਂ ਕੱਢ ਰਹੇ ਆ, ਫਿਰ ਇੰਝ ਲੱਗਦਾ ਹੈ ਕਿ ਹਾਂ ਇਹ ਟ੍ਰੈਂਡਿੰਗ 'ਚ ਆ। ਫਿਰ ਅਸੀਂ ਚਲੇ ਜਾਂਦੇ ਆ ਕਿ ਹਾਂ ਟ੍ਰੈਂਡਿੰਗ 'ਚ ਆ, ਇਹਨੂੰ ਰੀਟਵੀਟ ਕਿੰਨੇ ਮਿਲ ਗਏ, ਇਹਨੂੰ ਕੌਣ। ਸੋ ਮੈਨੂੰ ਲੱਗਦਾ ਕਿ ਇਹੀ ਇੱਕ ਫਿਕਰ ਦਾ ਵਿਸ਼ਾ ਬਣ ਗਿਆ ਕਿ ਅੱਛਾ ਅੱਜ ਇਹ ਹੋ ਰਿਹਾ, ਇਹਦੇ ਤੇ ਅਸੀਂ ਜਾਣਾ ਹੀ ਜਾਣਾ, ਆਪਣਾ ਵਿਊ ਪੁਆਇੰਟ ਦੇਣਾ ਹੈ। ਇਹਦੇ 'ਚ ਮੈਨੂੰ ਲੱਗਦਾ ਹੁਣ ਸਾਡੇ ਕੋਲ ਦੂਜੇ ਕਿਸੇ ਮੁੱਦੇ ਦੀ ਗੁੰਜਾਇਸ਼ ਜਿਹੜੀ ਆ ਇਸ ਸੈਗਮੈਂਟ 'ਚ ਰੱਖਣੀ ਜ਼ਿਆਦਾ ਤਰਕਸੰਗਤ ਨਹੀਂ ਹੋਊਗੀ। ਇਹਦੇ ਤੇ ਆਖਰੀ ਟਿੱਪਣੀ ਹੁਣ ਮੈਂ ਜ਼ਰੂਰ ਲੈਣਾ ਚਾਹੂੰਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਟਵਿੱਟਰ ਤੇ ਡਿਸਕਸ ਕੀਤੇ ਜਾਂਦੇ ਮੁੱਦਿਆਂ ਤੋਂ ਬੇਖਬਰ ਰਹਿੰਦੀ ਹੈ, ਸਾਡੇ ਕੋਲ ਐਸਾ ਪ੍ਰਬੰਧ ਨਹੀਂ ਕਿ ਅਸੀਂ ਉੱਥੇ ਲੜਾਈ ਲੜ ਸਕੀਏ। ਸਾਡੇ ਕੋਲ ਐਸੇ ਪ੍ਰਬੰਧ ਵੀ ਨਹੀਂ ਗੇ
ਕਿ ਅਸੀਂ ਨਿੱਕੇ ਜਿਹੇ ਮਾਮਲਿਆਂ ਨੂੰ ਏਡੇ ਹੁੰਦੇ ਵੇਖਦਿਆਂ ਰਹਿ ਜਾਂਦੇ ਹਾਂ। ਅਮਰਤਪਾਲ ਦਾ ਮਾਮਲਾ ਉਹਨੂੰ ਸਵੇਰੇ ਘਰੋਂ ਫੜ ਲੈਣ ਤੱਕ ਸੀਮਤ ਸੀ, ਜਿਹੜਾ ਅਸੀਂ ਮਹੀਨੇ ਤੱਕ ਡਿਸਕਸ ਕੀਤਾ। ਅਸੀਂ ਸਾਰੇ ਉਸ ਵਿੱਚ ਸ਼ਾਮਲ ਹੈ, ਔਰ ਸਾਡਾ ਜਿਹੜਾ ਜੀਵਨ ਢੰਗ ਹੈ ਉਹਦੇ ਅਨੁਸਾਰ ਚੱਲਣਾ ਸ਼ੁਰੂ ਹੋ ਗਿਆ। ਸਾਡੀ ਪੁਲਿਸ ਫੋਰਸ ਤੋਂ ਲੈ ਕੇ ਕੇਂਦਰ ਤੱਕ ਦੀ ਸਿਆਸਤ ਉਹਦੇ ਦੁਆਲੇ ਸਾਰੀ ਸਿਮਟ ਜਾਂਦੀ ਹੈ। ਤੇ ਇਹ ਸਰਦਾਰ ਹਰਮੀਤ ਸਿੰਘ ਜੀ, ਆਖਰੀ ਟਿੱਪਣੀ ਮੈਂ ਚਾਹੂੰਗਾ ਕਿ ਇਹਦਾ ਮਤਲਬ ਕਿ ਅਸੀਂ ਜਾਣ ਬੁੱਝ ਕੇ ਟ੍ਰੈਪ 'ਚ ਫਸ ਜਾਂਦੇ। ਨਹੀਂ, ਟ੍ਰੈਪ 'ਚ ਨਹੀਂ। ਇੱਕ ਗੱਲ ਸਾਡੇ ਸਾਹਮਣੇ ਹੈ ਟੋਟਲ, ਅਸੀਂ ਡੇਲੀ ਗੱਲਾਂ ਕਰਦੇ ਹਾਂ, ਸਾਰੇ ਲੋਕ ਕਰਦੇ ਨੇ, ਅਸੀਂ ਨਹੀਂ ਇਕੱਲੇ ਕਰਦੇ, ਕਿ ਸਾਡੀ ਸਟੇਟ ਦਾ ਬੌਧਿਕ ਲੈਵਲ ਪੋਲੀਟੀਕਲੀ, ਧਾਰਮਿਕ ਤੌਰ ਤੇ, ਲੌਜੀਕਲੀ ਕਿੱਥੇ ਚਲਾ ਗਿਆ। ਔਰ ਨਾ ਬਾਰ-ਬਾਰ ਸ਼ਬਦ ਵਰਤਿਆ ਜਾਂਦਾ ਕਿ ਪੰਜਾਬ ਬੌਧਿਕ ਕੰਗਾਲੀ ਦੇ ਕਗਾਰ ਤੇ ਖੜਾ ਹੈ, ਬਹੁਤ ਸੀਰੀਅਸਲੀ। ਅਸੀਂ ਕਿੰਨਾ ਕੁ ਸੰਵਾਦ, ਸਾਡੇ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਜੇ, ਕਦੇ ਕੋਈ ਸੀਰੀਅਸ ਡਿਸਕਸ਼ਨ। ਅਸੀਂ ਡਰੱਗ ਦੇ ਵਿੱਚ ਇਨਵੋਲਵ ਆ, ਕੱਲਾ ਪੁਲਿਸ ਰਾਜ ਤੋਂ ਬਿਨਾਂ ਡਰੱਗ ਤੇ ਕੋਈ ਸੀਰੀਅਸ ਚਰਚਾ। ਅਸੀਂ, ਸਾਡੇ ਬੱਚੇ ਇੱਥੇ ਜੀ ਨਹੀਂ ਲੱਗਦਾ, ਵਿਦੇਸ਼ ਦੌੜ ਰਹੇ ਨੇ ਬੁਰੀ ਤਰ੍ਹਾਂ, ਜਿਵੇਂ ਇੱਕ ਜਹਾਜ਼ ਡੁੱਬਣ ਵਾਲਾ ਹੁੰਦਾ ਕਿ ਛੱਡ ਕੇ ਭਾਜੋ ਨਹੀਂ ਤਾਂ ਨੇ ਡੁੱਬ ਜਾਣਾ। ਅਸੀਂ ਕਦੇ ਸੀਰੀਅਸਲੀ ਸੋਚਿਆ ਹੋਵੇ ਉਹਨਾਂ ਲਈ ਕੋਈ ਰਸਤਾ, ਅਸੀਂ ਕੋਈ ਸਿਰ ਜੋੜ ਕੇ ਬੈਠ ਗਏ ਹੋਈਏ ਕਦੇ ਵੀ ਉਸ ਪੱਧਰ ਦੇ ਉੱਤੇ। ਸਾਡੀ ਪੋਲਿਟਿਕਸ ਜਿਸ ਨਿਵਾਨ ਵੱਲ ਚਲੀ ਗਈ ਹੈ, ਅਸੀਂ ਉਹਨਾਂ ਕਿ ਉਹਦੇ ਲక్ష్మణ ਰੇਖਾ 'ਚ ਡਿਬੇਟ ਕਰਦੇ ਹਾਂ। ਕੋਈ ਅਲਟਰਨੇਟਿਵ ਆਊਟ ਆਫ ਬਾਕਸ ਜਾ ਕੇ ਪੋਲਿਟਿਕਸ ਕੋਈ ਹੋਰ ਵੀ ਹੋ ਸਕਦੀ ਹੈ। ਉਹਦੇ ਤੇ ਕਿੰਨੇ ਸੈਮੀਨਾਰ ਹੁੰਦੇ ਨੇ, ਕਿੰਨੀਆਂ ਡਿਬੇਟਾਂ, ਕਿੰਨੀ ਕੁ ਬਹੁਤ ਆਰਗੂਮੈਂਟ ਹੋ ਰਿਹਾ। ਔਰ ਇਹ ਸਾਰੀਆਂ ਗੱਲਾਂ, ਇਕਨੋਮਿਕ ਮਾਡਲ, ਅਸੀਂ ਗੁਰੂ ਨਾਨਕ ਸਾਹਿਬ ਨਾਲ ਵੀ ਅਸੀਂ ਕੁਰਬਾਨੀਆਂ ਬਹੁਤ ਕੀਤੀਆਂ ਜੀ। ਅਸੀਂ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਨੂੰ ਮੰਨਦੇ ਹਾਂ ਜੀ। ਬਾਬੇ ਨੇ ਤਾਂ ਲਾਈਨ ਖਿੱਚੀ ਆ ਮਰਕ ਭਾਗੋ ਤੇ ਭਾਈ ਲਾਲੋ ਦੇ ਦਰਮਿਆਨ। ਅਸੀਂ ਤਲੂਏ ਚੱਟਦੇ ਉਸੇ ਕਾਰਪੋਰੇਟ ਦੇ, ਸਭ ਚੀਜ਼ਾਂ ਉਧਰ ਲੈ ਕੇ ਚੱਲਿਆ। ਜਾਂ ਬਾਬੇ ਨਾਲ ਖੜ ਜਾਓ ਜਾਂ ਕਾਰਪੋਰੇਟ ਨਾਲ ਖੜ ਜਾਓ, ਜਾਂ ਫਿਰ ਉਹਨੂੰ ਇਹ ਠੀਕ ਕਹਿਣ ਲੱਗ ਜਾਓ ਜਿਹਦੇ ਹੱਥ 'ਚ ਤਾਕਤ ਹੈ, ਤੇ ਜਾਂ ਫਿਰ ਦੂਜੇ ਪਾਸੇ ਖੜ ਜਾਓ। ਜੇ ਗੁਰੂ ਨਾਲ ਖੜਨਾ ਤਾਂ ਗੁਰੂ ਨਾਲ ਖੜੋ, ਉਹਦੇ ਤੇ ਡਿਬੇਟ ਕੌਣ ਕਰੇਗਾ। ਔਰ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਕਹਿਣਾ ਪੈ ਜੇ ਕਿ ਸਾਡਾ ਔਰਾ ਖਤਮ ਹੋ ਗਿਆ, ਸਾਡੀਆਂ ਸੰਸਥਾਵਾਂ ਨੂੰ ਕੋਈ ਨਹੀਂ ਪੁੱਛਦਾ, ਪ੍ਰਧਾਨ ਮੰਤਰੀ ਟਾਈਮ ਨਹੀਂ ਦਿੰਦਾ, ਚੀਫ ਮਿਨਿਸਟਰ ਟਾਈਮ ਨਹੀਂ ਦਿੰਦਾ, ਕਿਸੇ ਹੋਮ ਮਿਨਿਸਟਰ ਟਾਈਮ ਨਹੀਂ ਦਿੰਦਾ, ਤਾਂ ਇੱਥੋਂ ਇੱਕ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਮੁਫਤ ਦੀ ਅੜੀ ਜਿਹੜੀ ਹੁੰਦੀ ਹੈ ਨਾ, ਉਹੀ ਹੁੰਦੀ ਹੈ ਜਾਲੀ ਜੀ। ਉਹ ਨਹੀਂ, ਉਸ ਪੱਧਰ ਦੇ ਆਦਮੀ ਕਿਰਦਾਰ ਕਿਵੇਂ ਪੈਦਾ ਕਰਨੇ ਨੇ, ਸਾਡੀ ਚਿੰਤਾ ਇਹ ਹੋਣੀ ਚਾਹੀਦੀ ਹੈ ਸਭ ਤੋਂ ਜ਼ਿਆਦਾ। ਇਹਦੀ ਬਜਾਏ ਕਿ ਇੱਧਰ ਉੱਧਰ ਬਾਕੀ ਦੀਆਂ ਚੀਜ਼ਾਂ ਜਿੰਨੀਆਂ ਵੀ ਹੋ ਰਹੀਆਂ ਨੇ ਉਹਦੀ ਬਜਾਏ। ਜਥੇਦਾਰ ਸਾਡਾ ਅਨਡਿਸਪਿਊਟਡ ਨਹੀਂ ਹੈ, ਡਿਸਪਿਊਟਡ ਹੈ। ਅੱਧੇ ਲੋਕ ਨਹੀਂ ਮੰਨਦੇ ਕਿ ਉਹ ਇੱਕ ਪਾਰਟੀ ਇੱਕ ਧਿਰ ਦੇ ਨਾਲ ਹੈ। ਸ਼੍ਰੋਮਣੀ ਕਮੇਟੀ ਸਾਡੀ ਉਸ ਪੱਧਰ ਦੇ ਉੱਤੇ ਨਹੀਂ ਹੈ। ਦਿੱਲੀ ਦੀ ਕਮੇਟੀ ਕਿਤੇ ਹੋਰ ਵਿਚਾਰਧਾਰਾ ਨਾਲ ਜਾ ਰਹੀ ਹੈ, ਹਰਿਆਣਾ ਦੀ ਕਮੇਟੀ ਕਿਤੇ ਹੋਰ ਜਾ ਰਹੀ ਹੈ। ਤੇ ਓਵਰਆਲ ਸਿੱਖ ਸਾਈਕੀ ਦਾ ਜਿਹੜਾ ਇਸ਼ੂ ਹੈ, ਉਹਦਾ ਕੰਬੀਨੇਸ਼ਨ ਦੇ ਤੌਰ ਤੇ ਕੌਣ ਹੈ, ਕੀ ਕਰ ਰਿਹਾ, ਕਿ ਕਿਹੜਾ ਅਲਟਰਨੇਟਿਵ ਹੋ ਸਕਦਾ ਕਿ ਉਹਨਾਂ ਸਾਰਿਆਂ ਨੂੰ ਜੋੜੀ ਰੱਖੇ ਕਿਸੇ ਵੀ ਮਾਮਲੇ ਦੇ ਵਿੱਚ। ਤੇ ਕਿਸ ਕਿਰਦਾਰ ਦੇ ਤੌਰ ਤੇ ਜਿੰਨਾ ਕੋਈ ਹੋਰ ਕਰਪਟ ਹੈ, ਸਿੱਖ ਉਦੋਂ ਜ਼ਿਆਦਾ ਹੀ ਹੋਊਗਾ, ਘੱਟ ਕਰਪਟ ਨਹੀਂ ਹੈ ਕਿਸੇ ਵੀ ਮਾਮਲੇ 'ਚ। ਜੇ ਕਰਪਸ਼ਨ ਦੇ ਮਾਮਲੇ 'ਚ ਦੇਖਦੇ ਹਾਂ, ਉਹ ਜਿਹੜੇ ਬੰਦੇ ਦੀ ਅਸੀਂ ਜਿਹੜੇ ਪਵਿੱਤਰ ਦਰਬਾਰ ਸਾਹਿਬ ਤੇ ਗੁਰਬਾਣੀ ਦੀ ਗੱਲ ਕਰਦੇ ਹਾਂ, ਉਹਦੇ ਨਾਲ ਜੁੜਿਆ ਸਾਡਾ ਜੀਵਨ ਜਾਂਚ ਕਿੱਥੇ ਹੈ? ਉਹ ਜੀਵਨ ਜਾਂਚ ਤੇ ਧਿਆਨ ਦੇਣਾ ਪਏਗਾ। ਸਭ ਤੋਂ ਜ਼ਿਆਦਾ ਬੜਾ ਕੁਐਸਚਨ ਹੈ। ਚਾਰ ਉਂਗਲਾਂ ਸਾਡੇ ਵੱਲ ਵੀ ਜਾਂਦੀਆਂ ਨੇ, ਠੀਕ ਹੈ, ਦੂਜੀਆਂ ਗੱਲਾਂ ਤੇ ਸਾਨੂੰ ਕਾਊਂਟਰ ਕਰਨਾ ਪਏਗਾ, ਪਰ ਆਪਦੇ ਅੰਦਰ ਝਾਤੀ ਬਹੁਤ ਸੀਰੀਅਸ ਮਾਰਨ ਦੀ ਲੋੜ ਹੈ। ਸਰਦਾਰ ਜਗਤਾਰ ਸਿੰਘ ਜੀ, ਆਖਰੀ ਸਵਾਲ। ਸਰਦਾਰ ਹਰਮੀਤ ਸਿੰਘ ਹੋਰਾਂ ਨੇ ਜਿਸ ਤਰੀਕੇ ਨਾਲ ਮੁੱਦੇ ਨੂੰ ਖੜਾ ਕਰਤਾ, ਇਸ ਨੂੰ ਮੈਨੂੰ ਲੱਗਦਾ ਇਹਦੇ ਉੱਤੇ ਇੱਕ ਨਹੀਂ ਕਈ ਡਿਬੇਟਸ ਦੀ ਲੋੜ ਹੈ। ਪਰ ਫਿਰ ਵੀ ਮੇਰਾ ਸਵਾਲ ਖੜਾ ਹੈ ਕਿ ਕੀ ਅਸੀਂ ਬਦਲਦੇ ਦੌਰ ਵਿੱਚ ਬਦਲਣਾ ਨਹੀਂ ਹੈ? ਅਸੀਂ 500 ਜਾਂ 400 ਸਾਲ ਜਾਂ 300 ਸਾਲ ਪੁਰਾਣੀਆਂ ਰਵਾਇਤਾਂ ਤੇ ਖੜੇ ਹੋ ਕੇ ਵਕਤ ਦੇ ਹਾਣ ਦੇ ਹੋ ਸਕਾਂਗੇ? ਕੀ ਅਸੀਂ ਵਕਤ ਦੇ ਹਾਣ ਦੇ ਹੋਣ ਲਈ ਉਸ ਤਰ੍ਹਾਂ ਦੀ ਤਿਆਰੀ ਵਿੱਢੀ ਨਹੀਂ? ਅਸੀਂ ਹੁਣ ਵੀ ਅਜੇ ਫਾਡੀਆਂ ਦੇ ਵਿੱਚ ਕਈ ਵਾਰੀ ਗਿਣੇ ਜਾਂਦੇ ਆ। ਕੀ ਸਾਨੂੰ ਬਦਲਦੇ ਦੌਰ 'ਚ ਆਪਣੀ ਜਿਹੜੀ ਚਰਚਾ ਹੈ, ਸਾਡੇ ਵਿਚਾਰ ਨੇ, ਜਿਹੜਾ ਥਾਟ ਪ੍ਰੋਸੈਸ ਹੈ, ਜਿਹੜੀਆਂ ਮਾਨਤਾਵਾਂ ਨੇ, ਉਹਨਾਂ ਨੂੰ ਨਵਿਆਉਣਾ ਨਹੀਂ ਪਊਗਾ? ਉਹਨਾਂ ਨੂੰ ਇੱਕ ਵਾਰੀ ਮੁੜ ਕੇ ਮੰਥਨ 'ਚ ਨਹੀਂ ਲਿਆਉਣਾ ਪਊਗਾ? ਸਾਨੂੰ ਲੋੜੀਂਦੀਆਂ ਸੋਧਾਂ ਨਹੀਂ ਕਰਨੀਆਂ ਪੈਣਗੀਆਂ? ਜਿਹੜੇ ਨਵੇਂ ਬੱਚੇ ਜਿਸ ਤਰੀਕੇ ਨਾਲ ਜੀ ਰਹੇ ਨੇ, ਉਸ ਜਾਂ ਤਾਂ ਅਸੀਂ ਪੂਰੀ ਸੁਸਾਇਟੀ ਨੂੰ ਕੱਟ ਜਾਈਏ, ਉੱਤਰੀ ਕੋਰੀਆ ਵਾਂਗ ਅਸੀਂ ਆਪਣੇ ਬਲੈਕ ਹੋਲ ਚਲੇ ਜਾਈਏ, ਆਪਣੀਆਂ ਹੱਦਾਂ ਸਰਹੱਦਾਂ ਵੱਡੀਆਂ ਕਰ ਲਈਏ। ਇਹ ਬਦਲਦੇ ਦੌਰ ਵਿੱਚ ਬਦਲਣਾ ਜ਼ਰੂਰੀ ਹੁੰਦਾ ਇਹਦੇ 'ਚ? ਨਹੀਂ, ਬਿਲਕੁਲ। ਆਪਾਂ ਥੋੜਾ ਜਿਹਾ ਇਤਿਹਾਸ ਤੇ ਨਿਗਾਹ ਮਾਰੋ ਤੇ ਆਪਾਂ ਨੂੰ ਸਮਝ ਆ ਜਾਏ ਕਿ ਬਦਲਦੇ ਦੌਰ ਦੇ ਨਾਲ ਇੱਥੇ ਨਾਰਮ ਬਦਲਦੀਆਂ ਰਹੀਆਂ। ਮੈਂ ਜ਼ਿਆਦਾ ਪਿੱਛੇ ਨਹੀਂ ਜਾਊਂਗਾ। ਜਦੋਂ ਬਿਜਲੀ ਆਈ ਸੀਗੀ, ਉਦੋਂ ਪੂਰੀ ਇੱਥੇ ਡਿਬੇਟ ਚੱਲੀ ਸੀ ਕਿ ਦਰਬਾਰ ਸਾਹਿਬ 'ਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ। ਫੈਸਲਾ ਬਿਜਲੀ ਲਾਉਣ ਦੇ ਹੱਕ ਵਿੱਚ ਹੋਇਆ ਸੀਗਾ। ਮੈਂ ਸਿਰਫ ਇੱਕ ਐਗਜ਼ਾਮਪਲ ਦੇਵਾਂਗਾ, ਦੂਸਰੀ ਦੇਵਾਂਗਾ ਲੰਗਰ ਦੀ। ਲੰਗਰ ਟ੍ਰੈਡੀਸ਼ਨ ਹੈ ਹੱਥ ਨਾਲ ਬਣਾਉਣ ਦੀ, ਹੁਣ ਉੱਥੇ ਮੈਕਨਾਈਜ਼ਡ ਹੈ ਸਾਰਾ ਕੁਝ। ਉਹ ਚੇਂਜ ਕੀਤਾ ਆਪਣੇ ਆਪ ਨੂੰ।
ਇਹ ਨਹੀਂ ਕਿ ਚੇਂਜ ਨਹੀਂ ਕੀਤਾ, ਚੇਂਜ ਲਗਾਤਾਰ ਹੁੰਦਾ ਹੈ ਜਿਵੇਂ ਟੈਕਨੋਲੋਜੀ ਨਾਲ ਆਉਂਦੀ ਹੈ। ਲੇਕਿਨ ਮੈਂ ਜਿਹੜੀ ਗੱਲ ਵਾਰ-ਵਾਰ ਕਹਿ ਰਿਹਾ, ਜਿਹੜੀਆਂ ਬੇਸਿਕ ਨਾਰਮਸ ਹੈ ਉਹ ਤੁਸੀਂ ਇਗਨੋਰ ਨਹੀਂ ਕਰ ਸਕਦੇ, ਉੱਥੇ ਸਟਿਕ ਕਰਨਾ ਪਏਗਾ ਔਰ ਕਰਨਾ ਚਾਹੀਦਾ ਹੈ। ਤੁਹਾਡਾ ਮਤਲਬ ਧਰਮ ਦੀ ਪਹਿਲ ਤਾਜ਼ਗੀ ਨੂੰ ਬਰਕਰਾਰ ਰੱਖਣਾ ਪਊਗਾ, ਤੁਹਾਨੂੰ ਬਾਕੀ ਚੀਜ਼ਾਂ ਦੇ ਉੱਤੇ ਜਿਹੜਾ ਉਹ ਸਮੇਂ ਦੇ ਹਾਣ ਦੇ ਹੋਣਾ ਪਊਗਾ, ਲੇਕਿਨ ਬੁਨਿਆਦੀ ਥਾਟ ਉੱਥੇ ਖੜਾ ਰਹਿਣ ਦੇਣਾ ਚਾਹੀਦਾ, ਜਾਂ ਉਹਦੇ ਚ ਵੀ ਤਬਦੀਲੀ ਹੋ ਸਕਦੀ ਹੈ। ਬੁਨਿਆਦੀ ਥਾਟ ਦਾ ਮਾਡਰਨਿਟੀ ਨਾਲ ਕੋਈ ਕਲੈਸ਼ ਨਹੀਂ ਹੈ, ਤੁਹਾਨੂੰ ਦੋਵੇਂ ਬੈਲੈਂਸ ਕਰਕੇ ਨਾ ਚੱਲਣੇ ਪੈਣੇ ਜੀ। ਸਰਦਾਰ ਹਰਮੀਤ ਸਿੰਘ ਜੀ, ਆਖਰੀ ਗੱਲ ਕਿ ਜਦੋਂ ਸਾਡੀਆਂ ਸੰਸਥਾਵਾਂ ਤੇ ਹਰਫ ਆਉਂਦਾ ਹੈ ਤਾਂ ਕੀ ਸਾਨੂੰ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰੈਗੂਲਰ ਨਹੀਂ ਰੱਖਣੇ ਚਾਹੀਦੇ? ਸਾਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲੋੜ ਅਨੁਸਾਰ ਹੀ ਰੱਖਣਾ ਚਾਹੀਦਾ, ਜਿਸ ਤਰੀਕੇ ਨਾਲ ਉਹ ਐਕਟਿੰਗ ਨੇ, ਕਾਰਜਕਾਰੀ ਨੇ ਔਰ ਸਿਰਫ ਡਿਊਟੀ ਲਈ ਆ ਰਹੇ ਨੇ। ਉਹ ਤਲਵੰਡੀ ਸਾਬੋ ਦੇ ਫੁੱਲ ਫਲੈਜ ਜਥੇਦਾਰ ਨੇ, ਔਰ ਅਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਇਹਨਾਂ ਸਰਵਿਸਿਜ਼ ਨੂੰ ਰੈਗੂਲਰ ਹੀ ਨਹੀਂ ਕਰ ਰਹੇ। ਇਹ ਵੀ ਤਾਂ ਸਵਾਲ ਨੇ। ਨਹੀਂ, ਪਹਿਲੀ ਗੱਲ ਤਾਂ ਇੰਨਾ ਕੁਝ ਬਦਲ ਗਿਆ ਜਦੋਂ ਦੀ ਜਥੇਦਾਰ ਪ੍ਰਣਾਲੀ ਆਈ ਹੈ ਅੱਜ ਤੱਕ। ਕਿੰਨਾ ਡਾਇਸਪੋਰਾ ਹੋ ਗਿਆ, ਕਿੰਨੇ ਲੋਕ ਵਿਦੇਸ਼ ਚਲੇ ਗਏ, ਕਿੰਨੇ ਭਾਰਤ ਦੇ ਦੂਜੇ ਹਿੱਸਿਆਂ 'ਚ ਰਹਿੰਦੇ ਨੇ, ਕਿੰਨੇ ਇੱਥੇ ਨੇ। ਉਹਨਾਂ ਸਾਰਿਆਂ ਦੀ ਕੋਈ ਇੱਛਾ, ਕੋਈ ਉਹਨਾਂ ਦੀ ਕੋਈ ਸਿਲੈਕਸ਼ਨ 'ਚ ਕੋਈ ਰੋਲ, ਕੋਈ ਕੁਝ ਨਹੀਂ ਹੋਣਾ ਚਾਹੀਦਾ। ਕੱਲੇ ਪੰਜਾਬ ਦੇ ਇੰਨੇ ਕੁ ਲੋਕ ਕਰਨਗੇ ਜਿਹਦੇ ਹੱਥ 'ਚ ਪਾਵਰ ਆ ਗਈ ਸ਼੍ਰੋਮਣੀ ਕਮੇਟੀ ਦੇ ਥਰੂ, ਤੇ ਜਥੇਦਾਰ ਨੋਮੀਨੇਟ ਕਰ ਦੋ, ਜਦ ਮਰਜੀ ਹਟਾ ਦੋ। ਤੇ ਜੇ ਉਸ ਲੈਵਲ ਦਾ ਕਰਨਾ, ਬਦਲੇ ਹੋਏ ਹਾਲਾਤ ਦਾ ਮਤਲਬ ਕੀ ਹੁੰਦਾ ਹੈ? ਬਦਲੇ ਹੋਏ ਹਾਲਾਤ ਦਾ ਮਤਲਬ ਹੈ ਕਿ ਸਾਰੇ ਲੋਕ ਜਿਹੜੇ ਦੂਰ ਦਰਾਡੇ ਨੇ, ਕਿਉਂਕਿ ਅਕਾਲ ਤਖਤ ਇੱਕ ਟੈਂਪੋਰਲ ਸੀਟ ਹੈ, ਤਾਂ ਉਹਦੇ ਜਿਹੜੇ ਮੁਖੀ ਚੁਣੇ ਜਾਣੇ ਚਾਹੀਦੇ ਨੇ, ਜਾਂ ਹੋਰ ਤਖਤਾਂ ਦੇ ਜਥੇਦਾਰ ਚੁਣੇ ਜਾਣੇ ਚਾਹੀਦੇ ਨੇ, ਜਾਂ ਉਹਨਾਂ ਨੂੰ ਹਟਾਉਣ ਦਾ ਤੇ ਲਗਾਉਣ ਦੇ ਜੋ ਤਰੀਕਾਕਾਰ ਚਾਹੀਦੇ ਨੇ, ਜੇ ਉਹਨੂੰ ਬਣਾਉਣਾ ਹੈ। ਜੇ ਛੋਟੀ ਜੀ ਗੱਲ ਤੇ ਲੋਕ ਸੁਪਰੀਮ ਕੋਰਟ ਜਾਂਦੇ ਨੇ ਨਾ, ਜਿਹੜੀ ਕਿ ਇਲੈਕਸ਼ਨ ਕਮਿਸ਼ਨਰ ਕਿਵੇਂ ਚੁਣਿਆ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਨੇ ਆਪਦੇ ਕੱਲਾ ਕਬਜ਼ੇ 'ਚ ਕਿਵੇਂ ਰੱਖੇਗਾ, ਤਾਂ ਸੁਪਰੀਮ ਕੋਰਟ ਇੱਕ ਜੱਜਮੈਂਟ ਦਿੰਦੀ ਹੈ ਕਿ ਇਹਦੇ 'ਚ ਚੀਫ ਜਸਟਿਸ ਆਫ ਇੰਡੀਆ ਵੀ ਚਾਹੀਦਾ, ਤੇ ਇਹਦੇ 'ਚ ਵਿਰੋਧੀ ਧਿਰ ਦਾ ਆਗੂ ਵੀ ਚਾਹੀਦਾ, ਤੇ ਬਾਕੀ ਵੀ ਚਾਹੀਦਾ ਹੈ। ਤਾਂ ਜਿੱਡੀ ਵੱਡੀ ਸੰਸਥਾ ਅਸੀਂ ਕਹਿੰਦੇ ਹਾਂ ਕਿ ਉਦੋਂ ਵੱਡੀ ਹੈ ਤੇ ਸਾਰਿਆਂ ਤੋਂ ਤਾਕਤਵਰ ਹੈ, ਤਾਂ ਉਹ ਕਿਉਂ ਨਹੀਂ ਸਿਸਟਮ ਬਦਲਣਾ ਚਾਹੀਦਾ ਉਸ ਪੱਧਰ ਦਾ? ਇਸੇ ਕਰਕੇ ਤਾਂ ਉਹ ਨਤਮਸਤਕ ਨਹੀਂ ਹੁੰਦੇ। ਫਿਰ ਇੱਕ ਦਿਹਾੜੀਦਾਰ ਤੌਰ ਤੇ ਤਰੀਕੇ ਤਨਖਾਹਦਾਰ ਮੁਲਾਜ਼ਮ ਜਥੇਦਾਰ ਨਹੀਂ ਨਾ ਹੋ ਸਕਦਾ। ਔਰ ਉਸ ਪੱਧਰ ਦੇ ਉੱਤੇ ਜਾ ਕੇ ਉਹ ਪੂਰਾ ਕੋਈ ਢਾਂਚਾ ਕਿਵੇਂ ਬਣੇ, ਕਿਹੋ ਜਿਹਾ ਬਣਨਾ ਚਾਹੀਦਾ। ਔਰ ਕਈ ਲੋਕ ਕਹਿੰਦੇ ਨੇ ਸਿਲੈਕਸ਼ਨ ਦੀ, ਸਾਡੇ ਤਾਂ ਤਰੀਕਾ ਇਲੈਕਸ਼ਨ ਦਾ ਹੈ ਹੀ ਨਹੀਂ। ਉਹ ਸਿਲੈਕਸ਼ਨ ਦਾ ਕਿਹੜਾ ਫਾਰਮੂਲਾ? ਫਿਰ ਕੋਈ ਰੋਡ ਮੈਪ ਤਾਂ ਹੋਏ ਨਾ, ਔਰ ਉਸ ਰੋਡ ਮੈਪ ਤੇ ਇਕੱਠੇ ਹੋ ਕੇ ਇੱਕ ਸਿਸਟਮ ਬਣੇ, ਤਾਂ ਉਹ ਸਿਸਟਮ ਕੰਮ ਕਰਨ ਵਰਕੇਬਲ ਹੋਏਗਾ, ਤਾਂ ਕੰਮ ਕਰਨ ਲੱਗੂਗਾ, ਨਹੀਂ ਤਾਂ ਕਿਵੇਂ ਕਰਨ ਲੱਗੂਗਾ? ਲੋਕਾਂ ਨੇ ਇੱਕ ਤਰੀਕਾ ਬਣਾਇਆ ਪੋਪ ਕਿਵੇਂ ਚੁਣਿਆ ਜਾਣਾ ਹੈ, ਲੋਕਾਂ ਨੇ ਇੱਕ ਤਰੀਕਾ ਬਣਾਇਆ ਆਪਣੇ ਤਰੀਕੇ ਨਾਲ ਵੱਖ-ਵੱਖ ਮਾਮਲਿਆਂ 'ਚ, ਸ਼ੰਕਰਾਚਾਰੀਆ ਦੇ ਮਾਮਲੇ 'ਚ ਸਾਡੇ ਕੀ ਤਰੀਕਾਕਾਰ ਹੈ। ਸਾਡੇ ਤਰੀਕਾਕਾਰ ਸੀਗਾ ਜਦੋਂ ਲੋਕਾਂ ਦੇ ਕਿਰਦਾਰ ਬਹੁਤ ਵੱਡੇ ਸੀ, ਜਥੇਦਾਰ ਨਾਲ ਪੰਗਾ ਵੈਸੇ ਨਹੀਂ ਸੀ ਕੋਈ ਲੈਂਦੇ। ਜਦੋਂ ਦਾ ਡੈਮੋਕ੍ਰੈਟਿਕ ਪੋਲਿਟਿਕਸ ਦਾ ਸੈਟਅਪ ਆਇਆ, ਵੋਟਾਂ ਲੈਣੀਆਂ ਨੇ, ਵੋਟਾਂ ਦੇ ਆਧਾਰ ਤੇ ਆਪਣਾ ਕਬਜ਼ਾ ਕਰਨਾ ਹੈ, ਤਾਂ ਉਦੋਂ ਦਾ ਉਹ ਮਰਿਆਦਾਵਾਂ ਨੇ ਜਿਹੜੀਆਂ ਉਹ ਤਾਕਤ ਤੇ ਰੋਜ਼ ਰੱਖੀਆਂ ਜਾ ਰਹੀਆਂ ਨੇ ਆਏ ਦਿਨ। ਤੇ ਸਾਡੇ ਜਥੇਦਾਰ ਸਾਹਿਬ ਵੀ ਕੋਈ ਪੀਸੀਓ ਤੋਂ ਵੀ ਮਤਲਬ ਦੂਜੇ ਬੰਦੇ ਦੇ ਕਹੇ ਤੇ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਜਾਂਦੇ ਜਾਂਦੇ, ਤੇ ਬੜੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ ਬਹੁਤ ਜ਼ਿਆਦਾ। ਉਹਨਾਂ ਚੀਜ਼ਾਂ ਨੂੰ ਅਸਲ ਦੇ ਵਿੱਚ ਨਿਭਾਉਣਾ ਤੇ ਬਿਹਤਰ ਤਰੀਕੇ ਦੇ ਨਾਲ ਕੋਈ ਸਾਡੇ ਸਾਹਮਣੇ ਸੰਵਾਦ ਰਚਾ ਕੇ, ਗੁਰੂ ਨਾਨਕ ਸਾਹਿਬ ਨੇ ਤਾਂ ਸੰਵਾਦ ਦੀ ਉਹ ਗੱਲ ਕੀਤੀ ਹੈ ਨਾ। ਤੁਸੀਂ ਜਦੋਂ ਕੋਈ ਅਲੱਗ ਗੱਲ ਕਰਦੇ ਹੋ, ਤੁਸੀਂ ਕਹਿ ਰਹੇ ਹੋ ਤਾਂ ਸੁਣਨੀ ਹੋ ਨਹੀਂ, ਇਹ ਸੰਵਾਦ ਕਿੱਥੇ ਹੋ ਸਕਦਾ? ਇਹ ਤਾਂ ਸਾਡੀ ਸ਼੍ਰੋਮਣੀ ਕਮੇਟੀ 'ਚ ਦਖਲ ਹੈ, ਇਹ ਸਾਡੇ ਫਲਾਣੇ 'ਚ ਦਖਲ ਹੈ। ਇਹਨਾਂ ਚੀਜ਼ਾਂ ਨੂੰ ਵੀ ਦੇਖਣ ਦਾ ਸਵਾਲ ਹੈ। ਓਵਰਆਲ ਬੈਠਣਾ ਪਊਗਾ ਸਾਰਿਆਂ ਨੂੰ। ਮੈਂ ਇੱਕ ਅਪਡੇਟ ਨਾਲ ਕਰ ਦਿਆਂ। ਗੁਰਚਰਨ ਸਿੰਘ ਟੌੜਾ ਆਪਣੇ ਜਦੋਂ 1999 ਤੋਂ ਪਹਿਲਾਂ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਆਖਰੀ ਮੀਟਿੰਗ ਸੀ ਧਰਮ ਪ੍ਰਚਾਰ ਕਮੇਟੀ ਦੀ, ਉਹਦੇ 'ਚ ਇੱਕ ਮਤਾ ਸਿਰਫ ਜਥੇਦਾਰ ਅਕਾਲ ਤਖਤ ਦੀ ਵਰਕਿੰਗ ਅਪਾਰਟਮੈਂਟ ਇਹ ਨਾਰਮ ਦੇ ਬਾਰੇ ਪਾਸ ਹੋਇਆ ਸੀ। ਉਹ ਬੇਸਿਕ ਸੀ, ਉਸ ਤੋਂ ਅੱਗੇ ਡਿਬੇਟ ਹੋਣੀ ਸੀ। ਉਹ ਜਿਹੜਾ ਮਤਾ ਸੀ, ਉਹ ਜਿਹੜੀ ਅਗਲੀ ਮੀਟਿੰਗ ਹੋਣੀ ਸੀ ਧਰਮ ਪ੍ਰਚਾਰ ਕਮੇਟੀ ਦੀ, ਉਹਦੇ ਮਿੰਟਸ ਕਨਫਰਮ ਹੋਣੇ ਸੀ। ਗੁਰਚਰਨ ਸਿੰਘ ਟੌੜਾ ਪ੍ਰਧਾਨਗੀ ਤੋਂ ਲੈ ਗਏ ਤੇ ਮੁੜ ਕੇ ਉਹ ਮਤਾ ਅੱਜ ਤੱਕ ਉਸ ਤਰ੍ਹਾਂ ਹੀ ਪਿਆ। ਉਹ ਬੇਸਿਕ ਕਨਸੈਪਟ ਹੈ, ਮੇਰੇ ਕੋਲ ਵੀ ਪਿਆ ਅੱਜ ਤੱਕ। ਸੋ ਉਹ ਆਲਰੇਡੀ ਕੰਮ ਹੋਇਆ ਗਿਆ, ਗੱਲ ਅੱਗੇ ਤੋਰਨ ਦੀ ਹੈ। ਸਿਰਫ ਆਖਰੀ ਗੱਲ ਮੈਨੂੰ ਸਰਦਾਰ ਜਗਤਾਰ ਸਿੰਘ ਜੀ ਦੱਸਿਓ, ਕਿਉਂਕਿ ਤੁਸੀਂ ਕਾਫੀ ਅੰਦਰ ਵੀ ਕੰਮ ਕੀਤਾ ਇਹਦੇ ਉੱਤੇ। ਜਦੋਂ ਇੱਕ ਪ੍ਰਧਾਨ ਮੰਤਰੀ ਕੋਲ ਔਰ ਇੱਕ ਮੁੱਖ ਮੰਤਰੀ ਕੋਲ ਇੱਕ ਅਖਤਿਆਰੀ ਫੰਡ ਹੁੰਦਾ ਜਿਹਦਾ ਕੋਈ ਆਡਿਟ ਨਹੀਂ ਹੁੰਦਾ, ਈਵਨ ਮਤਲਬ ਉਹਦੇ ਚ ਤਾਂ ਇਹ ਸੁਣਿਆ ਕਿ ਆਡਿਟ ਦੀ ਜਗ੍ਹਾ ਤੇ ਸਿਰਫ ਵਨ ਲਾਈਨਰ ਲਿਖਿਆ ਹੁੰਦਾ ਕਿ ਜਿਸ ਮਕਸਦ ਲਈ ਰੱਖਿਆ ਗਿਆ ਉਸ ਮਕਸਦ ਲਈ ਖਰਚਿਆ ਗਿਆ।
ਸਿੰਘ ਸਾਹਿਬ ਜਦੋਂ ਤਨਖਾਹ ਵੀ ਉੱਥੋਂ ਆਪਣੇ ਖਾਤੇ 'ਚ ਪਾਉਣਗੇ ਔਰ ਫਿਰ ਹਰ ਖਰਚੇ ਲਈ ਉਹਨਾਂ ਨੂੰ ਉਧਰ ਦੇਖਣਾ ਪਊ ਸ਼੍ਰੋਮਣੀ ਕਮੇਟੀ ਲਈ, ਫਿਰ ਜਿਹੜਾ ਅੰਪਲਾਇਰ ਆ ਮੇਨ ਤਾਂ ਉਹ ਹੁੰਦਾ ਹੈ। ਸੋ ਕੀ ਸਿੰਘ ਸਾਹਿਬ ਇਹ ਜਿਹੜਾ ਮਾਮਲਾ ਹੀ ਪੈਦਾ ਹੋਇਆ, ਜੇਕਰ ਚੰਗਾ ਹੁੰਦਾ ਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦਾ ਕੋਈ ਸਪੋਕਸ ਪਰਸਨ ਹੁੰਦਾ ਜਿਹਦਾ ਔਰਾ ਬੜਾ ਵਿਸ਼ਾਲ ਹੁੰਦਾ, ਜਿਹੜਾ ਗੱਲ ਕਰੇ ਤੇ ਉਹਨੂੰ ਗੱਲ ਨੂੰ ਅੱਗੋਂ ਕੱਟਣ ਦੀ ਜ਼ਰੂਰਤ ਨਾ ਕਿਸੇ 'ਚ ਹੋਵੇ, ਕਿਉਂਕਿ ਉਹ ਗੱਲ ਹੀ ਇੰਨੀ ਲੌਜਿਕ ਤੇ ਹੋਵੇ। ਕੋਈ ਇੰਜ ਦਾ ਪ੍ਰਬੰਧ ਉਸਾਰਨਾ ਨਹੀਂ ਚਾਹੀਦਾ। ਹਾਲਾਂਕਿ ਐਕਟ ਵਿੱਚ ਤਾਂ ਇਹ ਦੱਸਿਆ ਗਿਆ ਕਿ ਸਿੰਘ ਸਾਹਿਬ ਦੇ ਨਾਂ ਦੀ ਕੋਈ ਵਿਵਸਥਾ ਹੀ ਹੈ ਨਹੀਂ, ਅਕਾਲ ਤਖਤ ਦੇ ਜਥੇਦਾਰ ਦੀ ਕੋਈ ਹੈ ਹੀ ਨਹੀਂ ਗੀ, ਐਕਟ ਅਧੀਨ ਤਾਂ ਕੁਝ ਵੀ ਨਹੀਂ। ਲੇਕਿਨ ਜੇਕਰ ਇਹਨੂੰ ਪਰੰਪਰਾਗਤ ਤਰੀਕੇ ਨਾਲ ਬਣਾਇਆ ਗਿਆ, ਇੱਕ ਡਿਸਪਲਿਨ ਆ, ਇੱਕ ਵੱਡਾ ਸਾਡੇ ਕੋਲ ਔਰਾ ਹੈ ਤਖਤ ਦੇ ਰੂਪ ਦੇ ਵਿੱਚ, ਤਾਂ ਫਿਰ ਉਹਨੂੰ ਵਿਹਾਰਕ ਰੂਪ ਦੇ ਵਿੱਚ ਅਸੀਂ ਕਿਉਂ ਨਹੀਂ ਓਡਾ ਵੱਡਾ ਕਰ ਲੈਂਦੇ ਜਿੱਦਾਂ ਦਾ ਅਸੀਂ ਕਨਸੈਪਟ ਅੰਦਰੋਂ ਪਾਲਿਆ ਹੋਇਆ। ਇਹ ਪਹਿਲੀ ਗੱਲ ਤਾਂ ਕਲੀਅਰ ਕਰਦੇ ਆ ਕਿ ਇਹਨਾਂ ਨੂੰ ਆਨਰੇਰੀਅਮ ਮਿਲਦਾ ਹੈ, ਤਨਖਾਹ ਨਹੀਂ ਮਿਲਦੀ। ਅੱਛਾ, ਇਹ ਉਸ ਕੈਟੇਗਰੀ ਚੋਂ ਬੜੇ ਸਾਲ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇਹਨਾਂ ਨੂੰ ਪਾਸੇ ਕਰਤਾ ਸੀ। ਠੀਕ ਹੈ। ਪਹਿਲਾਂ ਜਥੇਦਾਰ ਐਸਜੀਪੀਸੀ ਦਫ਼ਤਰ ਤਨਖਾਹ ਲੈਣ ਜਾਇਆ ਕਰਦੇ ਸੀ, ਸਾਡੇ ਸਾਹਮਣੇ ਸੀ, ਮੈਂ ਉਦੋਂ ਅੰਮ੍ਰਿਤਸਰ ਹੀ ਹੁੰਦਾ ਸੀ, ਤੇ ਉਹਨਾਂ ਨੇ ਹੌਲੀ ਹੌਲੀ ਫਿਰ ਇਹਨਾਂ ਨੂੰ ਇਸ ਸਿਸਟਮ ਚੋਂ ਬਾਹਰ ਕਰਤਾ। ਕਹਿੰਦੇ ਵੀ ਇਹ ਤਨਖਾਹ ਨਹੀਂ, ਆਨਰੇਰੀਅਮ ਹੈ, ਤੇ ਸਿੱਧਾ ਇਹਨਾਂ ਦੇ ਖਾਤੇ ਜਾਏਗਾ, ਇਹਨਾਂ ਕੋਲ ਚੈੱਕ ਬਣ ਕੇ ਇਹਨਾਂ ਦੇ ਦਫ਼ਤਰ ਜਾਏਗਾ। ਇਹ ਬਿਲਕੁਲ ਸ਼੍ਰੋਮਣੀ ਕਮੇਟੀ 'ਚ ਨਹੀਂ ਆਉਣਗੇ ਔਰ ਤਨਖਾਹਦਾਰ ਮੁਲਾਜ਼ਮ ਨਹੀਂ। ਅੱਜ ਦੀ ਤਰੀਕ ਦੇ ਵਿੱਚ ਤਨਖਾਹਦਾਰ ਮੁਲਾਜ਼ਮ ਨਹੀਂ ਐਸਜੀਪੀਸੀ ਦੇ, ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਸਾਰਿਆਂ ਨੂੰ। ਤੇ ਦੂਸਰੀ ਗੱਲ ਤੁਸੀਂ ਜਿਹੜੀ ਨਾਰਮ ਜੀ ਕੀਤੀ ਇਹਨਾਂ ਦੀ, ਇਹ ਐਸਜੀਪੀਸੀ ਜਿਹੜਾ ਸਿੱਖ ਗੁਰਦੁਆਰਾ ਐਕਟ ਉਹਦੇ ਨਾਲ ਕੋਈ ਤਲਕ ਨਹੀਂ ਇਸ ਚੀਜ਼ ਦਾ ਜੀ। ਇਹ ਸਿੱਖਾਂ ਦਾ ਆਪਣਾ ਇੰਸਟੀਟਿਊਸ਼ਨ ਹੈ, ਇਹਨੂੰ ਕਿਵੇਂ ਡਿਵੈਲਪ ਕਰਨਾ ਹੈ ਓਵਰ ਦੀ ਈਅਰਸ, ਇਹਦੇ ਨਾਰਮ ਬਣਨੇ ਚਾਹੀਦੇ ਆ। ਇਹ ਡਿਬੇਟ ਪਿਛਲੇ 30-40 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਕਿ ਇਹਦਾ ਸੈਕਟਰੀਏਟ ਡਿਵੈਲਪ ਬਣਾਉਣਾ ਹੈ। ਜਿਹੜੀ 1995 ਦੀ ਵਰਲਡ ਸਿੱਖ ਕਨਵੈਨਸ਼ਨ ਸੀਗੀ, ਉਹਦੇ ਵਿੱਚ ਵੀ ਇਹ ਇਸ਼ੂ ਆਇਆ ਸੀ। ਇਸ਼ੂ ਲਗਾਤਾਰ ਹੁੰਦਾ ਹੈ, ਲੇਕਿਨ ਪਿਛਲੇ 20 ਸਾਲ ਦੇ ਵਿੱਚ ਇਹ ਸਾਰੇ ਇੰਸਟੀਟਿਊਸ਼ਨ ਹੀ ਟੋਟਲੀ ਡੈਮੇਜ ਕਰ ਦਿੱਤੇ ਗਏ। ਮੈਂ ਉਸ ਗੱਲ 'ਤੇ ਨਹੀਂ ਪੈਣਾ ਚਾਹੁੰਦਾ। ਮਾਮਲਾ ਸਿਰਫ ਅੰਪਲਾਈ ਜਾਂ ਅੰਪਲਾਇਰ ਦਾ ਤਨਖਾਹ ਨਾਲ ਨਹੀਂ ਜੁੜਿਆ ਹੁੰਦਾ, ਮਾਮਲਾ ਤੇ ਇਸ ਗੱਲ ਨਾਲ ਵੀ ਜੁੜਿਆ ਹੁੰਦਾ ਕਿ ਤੁਸੀਂ ਕਿਸੇ ਵਿਅਕਤੀ ਨੂੰ ਰੱਖ ਤੇ ਕੱਢ ਸਕਣ ਦਾ ਅਖਤਿਆਰ ਰੱਖਦੇ ਹੋ। ਤੇ ਪਿਛਲੇ ਸਮੇਂ 'ਚ ਜਿਸ ਤਰੀਕੇ ਨਾਲ ਜਥੇਦਾਰ ਲਾਏ ਤੇ ਹਟਾਏ ਗਏ, ਇਹ ਵੀ ਤਾਂ ਅੰਦਰ ਇੱਕ ਖੌਫ ਰਹਿੰਦਾ, ਇੱਕ ਡਰ ਰਹਿੰਦਾ। ਤੁਸੀਂ ਇੰਡੀਪੈਂਡੈਂਟ ਹੋ ਕੇ ਚੱਲ ਹੀ ਨਹੀਂ ਪਾਉਂਦੇ ਜਦੋਂ ਤੁਹਾਨੂੰ ਇਹ ਅੰਦਾਜ਼ਾ ਨਾ ਹੋਵੇ ਕਿ ਜੇਕਰ ਪ੍ਰਬੰਧ ਦੇ ਵਿੱਚ ਮੌਜੂਦ ਲੋਕ ਤੁਹਾਨੂੰ ਕਦੋਂ ਵੀ ਹਟਾ ਸਕਦੇ ਆ। ਸੋ ਇਹ ਵੀ ਸਵਾਲ ਤਾਂ ਮੈਨੂੰ ਲੱਗਦਾ ਐਡਰੈਸ ਹੋਣ ਵਾਲਾ। ਅਸੀਂ ਕਾਫੀ ਅੱਗੇ ਨਿਕਲ ਆਏ ਹਾਂ। ਨਹੀਂ, ਮੈਂ ਇਹੀ ਗੱਲ ਕਰ ਰਿਹਾ, ਜਿਹੜਾ ਉਸ ਵੇਲੇ ਮਤਾ ਪਾਸ ਕੀਤਾ ਗਿਆ ਸੀਗਾ ਉਹਦੇ 'ਚ ਇਹ ਐਡਰੈਸ ਕੀਤਾ ਗਿਆ ਹੈ ਜੀ, ਲੇਕਿਨ ਉਹਨੂੰ ਲਾਗੂ ਨਹੀਂ ਕੀਤਾ ਗਿਆ। ਮਤਲਬ ਮਤਾ ਮੌਜੂਦ ਆ ਕਿ ਕਿਸੇ ਜਥੇਦਾਰ ਨੂੰ ਹਟਾਉਣਾ ਕਿੱਦਾਂ ਜਾਂ ਰੱਖਣਾ ਕਿੱਦਾਂ, ਇਹ ਨਿਯਮ ਤੇ ਤੈਅ ਨਹੀਂ ਨਾ ਹੋਏ ਇਹਦੇ। ਹਾਂ, ਨਹੀਂ ਹੋਏ ਨਹੀਂ, ਲੇਕਿਨ ਮਤਾ ਮੌਜੂਦ ਹੈ ਜੀ। ਫਿਰ ਮਤਲਬ ਉਹੀ ਹੈ ਨਾ ਕਿ ਅਸੀਂ ਇੱਕ ਮਤਾ ਲਿਆਂਦਾ ਜ਼ਰੂਰ, ਉਹਨੂੰ ਪਾਸ ਕਰਕੇ ਰੱਖ ਲਿਆ, ਲੇਕਿਨ ਉਸ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਰਨ ਲਈ ਦਿੱਕਤ ਇਹ ਹੈ ਨਾ, ਫਿਰ ਰਜੀਮ ਬਦਲ ਗਿਆ। ਹਾਂ, ਤਾਂ ਜੋ ਰਜੀਮ ਬਦਲ ਗਿਆ ਉਹ ਸਾਰੀ ਖੂਹ ਖਾਤੇ 'ਚ ਗੱਲ ਪੈ ਗਈ। ਅਸਲ ਦੇ ਵਿੱਚ ਗੱਲ ਇਹ ਹੈ, ਮੈਨੂੰ ਲੱਗਦਾ ਮਤਾ ਵੀ ਬੜਾ ਲੇਟ ਲਿਆਂਦਾ। ਇਹ ਤਾਂ ਪ੍ਰੋਬਲਮ ਬੜੀ ਪੁਰਾਣੀ ਆ ਰਹੀ ਹੈ, ਕੋਈ ਅੱਜ ਦੀ ਪ੍ਰੋਬਲਮ ਥੋੜੀ ਹੈ। ਜਦੋਂ ਦੀ ਮਿਲੀਟੈਂਸੀ ਦੀ ਆਈ ਉਦੋਂ ਪਹਿਲਾਂ ਤੋਂ ਵੀ ਇਹੀ ਗੱਲ ਲਗਾਤਾਰ ਚੱਲ ਰਹੀ ਹੈ। ਤੇ ਮਿਲੀਟੈਂਸੀ ਵੇਲੇ ਉਹਨਾਂ ਨੇ ਖਾੜਕੂਆਂ ਨੇ ਆਪਣਾ ਜਥੇਦਾਰ ਬਣਾਇਆ ਸਰਬੱਤ ਖਾਲਸਾ ਸੱਦ ਕੇ, ਠੀਕ ਹੈ, ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ ਪ੍ਰਵਾਨ ਕਰ ਲਿਆ। ਉਦੋਂ ਬਾਅਦ ਮਤਲਬ ਜਿਹਦੇ ਹੱਥ 'ਚ ਤਾਕਤ ਰਹੂਗੀ ਜਥੇਦਾਰ ਉਹਦਾ ਹੋਏਗਾ ਨਾ। ਮਤਲਬ ਤਾਂ ਇਹ ਹੋ ਗਿਆ ਇਸ ਲੈਵਲ ਦਾ ਸਾਡਾ ਕੋਈ ਉਹ ਨਹੀਂ। ਵਰਲਡ ਸਿੱਖ ਕੌਂਸਲ 95 ਦੀ ਹੋਈ, ਜਸਟਿਸ ਕੁਲਦੀਪ ਸਿੰਘ ਨੂੰ ਉਹਦਾ ਚੇਅਰਮੈਨ ਲਾਤਾ। ਉਦੋਂ ਬਾਅਦ ਉਦੋਂ ਹੀ ਪਤਾ ਲੱਗ ਗਿਆ, ਸ਼੍ਰੋਮਣੀ ਕਮੇਟੀ ਮਹਿਸੂਸ ਕਰਨ ਲੱਗ ਗਈ ਕਿ ਇਹ ਤਾਂ ਬਹੁਤ ਵੱਡੀ ਪੈਰਲਲ ਬਾਡੀ ਬਣ ਗਈ। ਪਤਾ ਨਹੀਂ, ਇੱਕ ਸਾਡਾ ਵਜੂਦ ਤਾਂ ਆ 3-4 ਛੱਡੀਆਂ ਸਟੇਟਾਂ ਤੱਕ ਹੈ। ਜਿਹੜਾ ਵਰਲਡ ਸਿੱਖ ਕੌਂਸਲ ਦੇ ਜਿੰਨੇ ਵੀ ਬਾਕੀ ਦੇ ਮਾਮਲੇ ਆਏ, ਉਹ ਸਾਰੇ ਮਾਮਲਿਆਂ ਦੇ ਵਿੱਚ ਹੀ ਚੱਲਦਾ। ਉਹ ਕਲੈਸ਼ ਉਹ ਖਤਮ ਹੋ ਗਈ, ਠੱਪ ਹੋ ਗਈ ਵਰਲਡ ਸਿੱਖ ਕੌਂਸਲ, ਮੁੜ ਕੇ ਚੱਲੀ ਉਹ ਨਹੀਂ ਉਸ ਪੱਧਰ ਦੇ ਉੱਤੇ ਜਿਸ ਲੈਵਲ ਤੇ ਚੱਲਣਾ ਚਾਹੀਦਾ ਸੀ। ਸਾਡੇ ਮਾਈਂਡ ਦੇ ਵਿੱਚ ਅਸਲ 'ਚ ਕਲੈਰਿਟੀ ਨਹੀਂ ਹੈ। ਲਗਾਤਾਰ ਮਤਾ ਫਿਰ ਵੀ ਪੈ ਸਕਦਾ, ਮਤਾ ਪਹਿਲਾਂ ਉਦੋਂ ਵੀ ਪਹਿਲਾਂ ਪੈਣਾ ਚਾਹੀਦਾ ਸੀ, ਬੜੇ ਪੁਰਾਣੇ ਸਮੇਂ ਤੋਂ ਲਗਾਤਾਰ। ਔਰ ਜਥੇਦਾਰ ਜਿਸ ਢੰਗ ਨਾਲ ਵਰਤੇ ਗਏ ਨੇ ਲਗਾਤਾਰ ਸਾਡੀਆਂ ਪੋਲੀਟੀਕਲ ਧਿਰਾਂ ਵੱਲੋਂ, ਇਹ ਇਕੱਲੇ ਹੁਣ ਨਹੀਂ ਵਰਤੇ ਜਾ ਰਹੇ, ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਪਾਵਰਫੁਲ ਧਿਰ ਲਗਾਤਾਰ ਵਰਤਦੀ ਆਈ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਉਸ ਪੱਧਰ ਦੀਆਂ। ਔਰ ਉਹ ਨਿਰੰਕਾਰੀ ਕਾਂਡ ਤੋਂ ਲੈ ਕੇ ਨਿਰੰਕਾਰੀਆਂ ਤੋਂ ਬਾਅਦ ਜਥੇਦਾਰ ਟੌੜੇ ਦਾ ਫਿਰ ਪੱਤਰ ਬੜਾ ਚਰਚਾ 'ਚ ਰਿਹਾ ਰਣਜੀਤ ਸਿੰਘ ਦੇ ਮਾਮਲੇ ਦੇ ਵਿੱਚ, ਕਿ ਉਹਦੇ ਕੋਲ ਪਿਆ ਸੀ, ਹੋਇਆ ਸੀ, ਨਹੀਂ ਹੋਇਆ ਸੀ, ਗਏ ਸੀ, ਮਾਫੀ ਮੰਗੀ ਸੀ, ਨਹੀਂ, ਬੜਾ ਕੁਛ ਜਿਹੜਾ ਉਵੇਂ ਹੀ ਚੱਲਿਆ ਜਿਵੇਂ ਬਾਕੀ ਦੀਆਂ ਸੰਸਥਾਵਾਂ 'ਚ ਸਾਡੇ ਚੱਲਦਾ। ਇਸ ਕਰਕੇ ਲਗਾਤਾਰਤਾ ਦੇ ਵਿੱਚ ਜਿਹੜੀ ਇੰਸਟੀਟਿਊਸ਼ਨਲਾਈਜ਼ ਕਰਨਾ ਹੁੰਦਾ ਚੀਜ਼ ਨੂੰ, ਸੰਸਥਾਗਤ ਤੌਰ ਤੇ ਵੱਡਾ ਕਰਨਾ ਹੁੰਦਾ, ਉਹਦੇ ਲਈ ਅਜੇ ਸਾਡੇ ਉਸ ਲੈਵਲ ਦਾ ਮੰਥਨ ਨਹੀਂ ਹੋਇਆ। ਜਾਂ ਪਹਿਲਾਂ ਮਨ ਤਾਂ ਬਣਾਉਣਾ ਹੀ ਪੈਂਦਾ ਨਾ ਸਾਰਿਆਂ ਨੂੰ ਕਿ ਕਿਸ ਲੈਵਲ ਦੇ ਕਰਦੇ ਹੋ। ਔਰ ਤੁਸੀਂ ਦੇਖੋ ਕਿ ਜਿਹਨੂੰ ਅਸੀਂ ਇੰਡੀਪੈਂਡੈਂਸ ਦੇਣਾ ਚਾਹੁੰਦੇ ਹਾਂ, ਚਾਹੇ ਉਹ ਜੱਜ ਹੋਣ, ਚਾਹੇ ਉਹ ਕੋਈ ਵੀ,
ਉਹਨਾਂ ਤੇ ਮਹਾਦੋਸ਼ ਦਾ ਮੁਕੱਦਮਾ ਲਾਉਣਾ ਪੈਂਦਾ, ਫਿਰ ਪਾਰਲੀਮੈਂਟ 'ਚ ਚਰਚਾ ਹੁੰਦੀ ਹੈ ਦੋਨੇ ਸਦਨਾਂ ਦੇ ਵਿੱਚ, ਫਿਰ ਜਾ ਕੇ VOTING ਹੁੰਦੀ ਹੈ, ਫਿਰ ਕਿਤੇ ਕੋਈ ਗੱਲ ਹੁੰਦੀ ਹੈ ਜਾ ਕੇ। ਅਸੀਂ ਕਹਿੰਦੇ ਆ ਵੀ ਸਾਡਾ ਟੈਂਪਰਲ ਸੀਟ ਆ, ਉਦੋਂ ਬਾਅਦ ਅਸੀਂ ਤਾਂ ਉਹਨਾਂ ਵੀ ਨਹੀਂ ਕਰ ਰਹੇ ਕਿ ਚਲੋ ਘੱਟੋ ਘੱਟ ਸ਼੍ਰੋਮਣੀ ਕਮੇਟੀ ਬਾਕੀ ਦੀਆਂ ਸੰਪਰਦਾਵਾਂ, ਕੋਈ ਦੋਸ਼ ਲਾਏਗਾ ਜਥੇਦਾਰ ਤੇ, ਉਹ ਚੱਕ ਕੇ ਉਹ ਚਰਚਾ ਹੋਏਗੀ, ਇਨਵੈਸਟੀਗੇਸ਼ਨ ਹੋਏਗੀ, ਫਿਰ VOTING ਹੋਏਗੀ, ਫਿਰ ਉਦੋਂ ਬਾਅਦ ਜਾ ਕੇ ਕੋਈ ਦੇਖੀ ਜਾਏਗੀ ਗੱਲ। ਅਸੀਂ ਤਾਂ ਅਜੇ ਉੱਥੇ ਜਾਣ ਲਈ ਵੀ ਤਿਆਰ ਨਹੀਂ ਆ, ਉਹ ਗੱਲ ਤਾਂ ਉਦੋਂ ਬਹੁਤ ਬੜੀ ਆ, ਉਦੋਂ ਬਾਕੀ ਅਗਲੀ ਕਰਨੀ ਤਾਂ ਜੀ। ਮੈਂ ਲਾਸਟ ਦੀ ਅਪਡੇਟ ਦੇ ਦਿਆਂ ਕਿ ਜਥੇਦਾਰ ਕੱਲ ਤੱਕ ਦੇ ਉਹਦੇ ਬਾਰੇ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਦੇ ਵਿੱਚ ਪਾਸ ਹੋਇਆ ਨੇ। ਜੇ ਤੁਸੀਂ ਪੁਰਾਣਾ ਰਿਕਾਰਡ ਚੱਕ ਕੇ ਦੇਖੋ SGPC ਦਾ, ਉਹਦੇ ਤੁਹਾਨੂੰ ਮਿਲ ਜਾਏਗਾ। ਸਮੇਂ ਸਮੇਂ ਤੇ ਇਹ ਸਿਚੁਏਸ਼ਨ ਸਾਹਮਣੇ ਆਉਂਦੀ ਰਹੀ ਹੈ ਤੇ ਜਿੰਨੀ ਉਹਨਾਂ ਦੀ ਕਪੈਸਿਟੀ ਸੀ ਉਸ ਹਿਸਾਬ ਨਾਲ ਉਹਨੂੰ ਡੀਲ ਕਰਦੇ ਰਹੇ ਜੀ। ਸੋ ਇਹ ਵਾਰ-ਵਾਰ ਇਹ ਸਭ ਨੂੰ ਪਤਾ ਹੈ ਵੀ ਇਹ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ, ਲੇਕਿਨ ਅਲਟੀਮੇਟਲੀ ਜਿਹੜੇ ਇਹ ਡਿਬੇਟੇਬਲ ਇਸ਼ੂ ਹੈਗੇ ਬਹੁਤ, ਤੇ ਇਹ ਓਵਰਨਾਈਟ ਹੋਣ ਵਾਲਾ ਨਹੀਂ ਹੈ, ਲੰਬੀ ਡਿਬੇਟ ਦਾ ਵਿਸ਼ਾ ਹੈ। ਇਹ ਗੱਲ ਤਾਂ ਇਹ ਹੈ ਕਿ ਜਥੇਦਾਰ ਨੂੰ ਤੁਸੀਂ ਕਿਸ ਢੰਗ ਨਾਲ ਉਹਦੇ ਜਿਹੜਾ ਆਫਿਸ ਹੈ ਕਿਵੇਂ ਇੰਟਰਪ੍ਰੈਟ ਕਰਦੇ ਹੋ, ਇਤਿਹਾਸ ਦੇ ਵਿੱਚ ਕੀ ਪਹਿਲਾਂ ਕਦੇ ਜਥੇਦਾਰ ਸੀ, ਇਹ ਬੜਾ ਇਹਦੇ ਬਹੁਤ ਕੁਝ ਇਨਵੋਲਵ ਹੈ। ਸੋ ਇਹ ਇਸ ਤਰ੍ਹਾਂ ਨਹੀਂ ਹੈ ਕਿ ਇੱਕਦਮ ਨਾਰ ਬਣ ਜਾਣਗੇ, ਨਹੀਂ, ਇਹਦੇ ਪਿੱਛੇ ਬਹੁਤ ਕੁਝ। ਦੇਖੋ ਅਜੇ ਵੀ ਲਾਸਟ ਗੱਲ ਹੀ ਮੈਂ ਕਰਾਂਗਾ ਇਹਦੇ 'ਚ, ਅਜੇ ਵੀ ਇਹ ਚੀਜ਼ ਤੁਸੀਂ ਦਰਕਨਾਰ ਨਹੀਂ ਕਰ ਸਕਦੇ ਕਿ ਅਕਾਲ ਤਖਤ ਸਾਹਿਬ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੋਨੇ ਇੱਕ ਪ੍ਰਵਾਨਿਤ ਅਹੁਦਾ ਤੇ ਹਸਤੀ ਨੇ, ਔਰ ਇਹ ਤਖਤ ਬਹੁਤ ਮਹਾਨ ਹੈ। ਅੱਜ ਵੀ ਜੇਕਰ ਸਟੇਟ ਦੇ ਪੁਲਿਸ ਪ੍ਰਮੁੱਖ ਜਾ ਕੇ ਬਰੀਫ ਕਰਦੇ ਆ ਜਥੇਦਾਰਾਂ ਨੂੰ, ਅੱਜ ਵੀ ਜੇਕਰ ਸਰਕਾਰਾਂ ਜਥੇਦਾਰ ਨਾਲ ਤਰੀਕੇ ਨਾਲ ਮੀਟਿੰਗਸ ਕਰਦੀਆਂ ਨੇ, ਇਹਦਾ ਮਤਲਬ ਹੈ ਕਿ ਇਸ ਸਥਾਨ ਨੂੰ ਹੋਰ ਮੋਕਲਾ ਕਰਨ ਦੀ ਲੋੜ ਹੈ, ਇਸ ਕਨਸੈਪਟ ਨੂੰ ਵੱਡਾ ਕਰਨ ਦੀ। ਕਨਸੈਪਟ ਤਾਂ ਬਹੁਤ ਵੱਡਾ ਹੈ, ਆਖਰ ਇਹਦੇ ਉੱਤੇ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਆਪਣੇ ਦਾਇਰੇ ਨੂੰ ਹੋਰ ਵੱਡਾ ਕਰਨਾ ਹੋਊਗਾ, ਔਰ ਉਹਨਾਂ ਨੂੰ ਇਹ ਵੀ ਤੈਅ ਕਰਨਾ ਹੋਊਗਾ ਕਿ ਉਹਨਾਂ ਨੇ ਰਿਸ਼ਤੇ ਕਿਵੇਂ ਅੱਗੇ ਰੱਖਣੇ ਆ, ਕਿਸੇ ਮਾਮਲੇ ਨੂੰ ਐਡਰੈਸ ਕਿਵੇਂ ਕਰਨਾ, ਔਰ ਉਹਨਾਂ ਨੂੰ ਜੇ ਉਹ ਕਿਸੇ ਜਗ੍ਹਾ ਤੋਂ ਆਉਂਦੇ ਵੀ ਆ, ਜੇਕਰ ਉਹ ਨਿਯੁਕਤ ਵੀ ਕੀਤੇ ਜਾਂਦੇ ਆ, ਜੇਕਰ ਉਹਨਾਂ ਦੇ ਹਟ ਜਾਣ ਦੀ ਵੀ ਕੋਈ ਸੰਭਾਵਨਾ ਬਣੀ ਰਹਿੰਦੀ ਆ, ਫਿਰ ਵੀ ਕੋਈ ਜਿੰਨਾ ਚਿਰ ਇਸ ਸੀਟ ਤੇ ਆ ਉਹਨੂੰ ਇੰਨਾ ਕੁ ਨਿਰਪੱਖ ਹੋ ਜਾਣਾ ਚਾਹੀਦਾ ਤਾਂ ਕਿ ਇਸ ਨਿਆਰੇ ਪੰਥ ਦੀ ਆਭਾ, ਇਹਦੀ ਦਿੱਖ ਦੇ ਉੱਤੇ ਕੋਈ ਅਸਰ ਨਾ ਪਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।